तो परिवार में बेनती है, अगर मेरी आवाज़ सुन रहे हैं 1 बजे गुरु महाराज जी गुरु आ जाना। भाई साहब जी मनप्रीत सिंह, डॉक्टर मनप्रीत सिंह दिल्ली वाले, तो मेरा ख्याल पहली बार इतने हाजिर दवा रहे हैं। बड़े ही सरकार ना अपन जी आए करते पर उन्होंने वापस सामना करना है। गुरु प्यारे साहब जी, वाहिगुरू जी का खालसा, वाहिगुरू जी की फतेह। धन्नवाद सर जी। हमले तुम उजल करते, हम निर्गुण तुम दाता। हम मूर्ख तुम चतुर सियाणे, तुम सर्व कला का ज्ञाता। माधो हम ऐसे तुम ऐसा, हम पापी तुम पाप खंडन। निको ठाकुर देसा, बदबख्त हम चूं बखील गाफिल, बेनजर बेबाक। नानक बुगोयत जन तुरा, तेरे चाकरा पाखाक। हाजरा हजूर, जहरा ज़हूर सरब कला भरपूर, चबर छत्र तखत दे मालिक, रूहानियत दे भंडार बरदो आलम शाह साहिब सतगुरु श्री गुरु ग्रंथ साहब महाराज जी दी पावन मुकद्दस हजूरी अंदर हफ्तावारी दीवाना दी हाजरी परदे गुरु प्यारे सन्मानयोग सत्संगी जनों, थोड़ी ईको कटा दो। अज बहुत प्रेम भावना नाल आप सतगुरां दी रहमतां नूं माण रहे हो। जिन्नी संगत गुरु दरबार विच मौजूद है, जिन्नी संगत लंगर हॉल विच सेवा कर रहे ने प्रशादियां दी, लंगर दी, जिन्ने संगत प्रशादा छक रहे ने, जिन्ने भी जिथों तक भी आवाज जा रही है, विचार आरंभण तो पहला असीस बख्शो, कोई भी रसना बांझी ना रहे। गज के गुरु बख्शी फतेह सांझी करो, आखो जी वाहिगुरू जी का खालसा, वाहिगुरू जी की फतेह। गुरुदेव सतगुरु श्री गुरु ग्रंथ साहब महाराज जी दी अगमी बाणी दा कीर्तन आप जी ने सत्कारयोग भाई साहब भाई कश्मीर सिंह जी, भाई साहब भाई परमजीत सिंह जी पम्मा ते नाल मुख सेवादार नाल होर पतवंते सजना तो आप जी ने प्रोग्राम सुनिया, कीर्तन सरवण कीता है। सतगुरु जी दी अगमी बाणी दा ये बचन आप जी सरवण कर रहे सो कि पातशाह जी तुसी रहमत करो ते अपनी भगती लाओ। और ये अरदास जब कोई गुरु का सिख सतगुरु गुरु ग्रंथ साहब जी दे अगे करदा है ते सतगुरु समर्थ ओदी अरदास सुनदे ने, बशर्ते मन दे अंदर भावना होनी चाहिए कि असी जिदे अगे गल कर रहे हैं, अरदास कर रहे हैं, वो साडी गल सुनदा है जां नहीं सुनदा। इस गल नूं समझण दे वास्ते मैं छोटा जिहा उदाहरण रखा, फिर
ਆਪ ਸੰਗਤਾਂ ਦੇ ਨਾਲ ਸ਼ਬਦ ਵਿਚਾਰ ਨੂੰ ਸ਼ੁਰੂ ਕਰਾਂ। ਅਸੀਂ ਅੱਜ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਆ, ਫੇਸਬੁੱਕ ਹੈ, ਟਵਿੱਟਰ ਹੈ, ਇੰਸਟਾਗ੍ਰਾਮ ਹੈ, ਟਿਕਟੌਕ, ਪਤਾ ਨਹੀਂ ਕਿੰਨੀ ਕੁ ਐਪਸ ਦੇ ਉੱਤੇ ਅਸੀਂ ਆਪਣੇ ਅਕਾਊਂਟ ਬਣਾਏ ਹੋਏ ਨੇ ਤੇ ਸਾਡੇ ਜਿਹੜੇ ਲਿੰਕ ਨੇ, ਫਾਲੋਅਰਸ, ਫਰੈਂਡ ਲਿਸਟ, ਲਾਈਕ ਕਰਨ ਵਾਲੇ ਉਹ ਸੈਂਕੜੇ ਹੀ ਨੇ। ਉਹਦੀ ਗਿਣਤੀ ਕੁਝ ਅਸੀਂ ਕਹੀਏ ਕਿੰਨੀ ਕੁ ਹੈ ਜੀ, 5000 ਫੇਸਬੁੱਕ ਤੇ ਨੇ, 18-19,000, 1 ਲੱਖ, ਕਈਆਂ ਦੇ ਮਿਲੀਅਨ ਨੇ। ਕਿੰਨੇ ਕੁ ਫਾਲੋਅਰਸ, ਕਿੰਨਾ ਕੁਛ ਹੈ। ਪਰ ਮੁੱਕਦੀ ਗੱਲ ਇੱਥੇ ਹੁੰਦੀ ਹੈ, ਅਸੀਂ ਆਪਣੇ ਮਨ ਦੀ ਕੋਈ ਐਸੀ ਗੱਲ ਕਰਨਾ ਚਾਹੁੰਦੇ ਹਾਂ ਜਿਸ ਗੱਲ ਨੂੰ ਅਸੀਂ ਚਾਹੁੰਦੇ ਹਾਂ ਕਿ ਕੋਈ ਬਹੁਤ ਵਿਸ਼ਵਾਸ ਵਾਲਾ, ਜਾਂ ਜਿਹਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ, ਜਾਂ ਸਾਨੂੰ ਲੋੜ ਪੈਂਦੀ ਹੈ ਤੇ ਇੱਕਾ ਜਾਂ ਦੁੱਕਾ ਹੀ ਹੁੰਦੇ ਆ ਜਿਹਦੇ ਨਾਲ ਅਸੀਂ ਮਦਦ ਦੀ ਗੁਹਾਰ ਕਰਦੇ ਹਾਂ ਜਾਂ ਜਿਸ ਤੇ ਵਿਸ਼ਵਾਸ ਕਰਦੇ ਹਾਂ। ਔਰ ਉਹ ਸਾਰਿਆਂ ਦੇ ਨਾਲ ਗੱਲ ਨਹੀਂ ਕੀਤੀਆਂ ਜਾਂਦੀਆਂ। ਇੱਕਾ ਦੁੱਕਾ ਸਾਨੂੰ ਪਤਾ ਹੁੰਦਾ ਹੈ ਜਦ ਕੋਈ ਮੁਸੀਬਤ ਆਏਗੀ ਫਿਰ ਉਹਦੇ ਨਾਲ ਗੱਲ ਕਰਾਂਗੇ। ਤੇ ਇਹ ਗੱਲ ਕਿੱਥੋਂ ਹੁੰਦੀ ਹੈ? ਸਾਡੇ ਮਨ ਵਿੱਚ ਵਿਸ਼ਵਾਸ ਹੁੰਦਾ ਹੈ ਕਿ ਜਿਹਨੂੰ ਅਸੀਂ ਗੱਲ ਕਰਾਂਗੇ ਉਹ ਸਾਡੀ ਗੱਲ ਮੋੜੇਗਾ ਨਹੀਂ, ਹੈ ਵਿਸ਼ਵਾਸ ਦੀ ਗੱਲ। ਪਰ ਲੱਖਾਂ ਦੇ ਵਿੱਚ ਕੋਈ 1-2 ਹੁੰਦੇ ਨੇ ਸਾਡੇ ਜਾਣਕਾਰ, ਸਾਡੇ ਮਿੱਤਰ, ਸਨੇਹੀ, ਰਿਸ਼ਤੇਦਾਰ, ਸਖਾ ਸੰਬੰਧੀ, ਜਿਹਦੇ ਨਾਲ ਅਸੀਂ ਇਹ ਗੱਲ ਸਾਂਝੀ ਕਰ ਸਕਦੇ ਹਾਂ। ਤੇ ਉਹ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ? ਵਿਸ਼ਵਾਸ ਤੇ, ਕਿ ਮੈਨੂੰ ਵਿਸ਼ਵਾਸ ਹੈ ਉਹ ਮੇਰੀ ਗੱਲ ਸੁਣੇਗਾ ਤੇ ਸੁਣ ਕੇ ਜਿੰਨੀ ਕੁ ਸਮਰੱਥਾ ਹੋਏਗੀ ਤੇ ਉਸ ਸਮਰੱਥਾ ਅਨੁਸਾਰ ਮੇਰੀ ਮਦਦ ਕਰੇਗਾ। ਇਵੇਂ ਹੀ ਸਾਨੂੰ ਅਰਦਾਸ ਦੇ ਵਿੱਚ 2 ਬਚਨ ਮਿਲੇ ਨੇ ਗੁਰਸਿੱਖਾਂ ਨੂੰ। ਜਦ ਅਰਦਾਸ ਲਿਖੀ ਨਾ, ਗੁਰਸਿੱਖਾਂ ਨੇ ਤਿਆਰ ਕੀਤੀ, ਉਸ ਵਿੱਚ ਇਹ ਬਚਨ ਪਾਏ ਕਿ ਸਿੱਖਾਂ ਨੂੰ ਵਿਸਾ ਤੇ ਭਰੋਸਾ ਦਾਨ ਜ਼ਰੂਰ ਬਖਸ਼ੀ ਮੇਰੇ ਪ੍ਰਭੂ। ਜਿਹਨੂੰ ਅਸੀਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਤੇ ਅਗਲਾ ਬਚਨ ਕੀ ਹੈ? ਵਿਸਾ ਦਾਨ ਤੇ ਭਰੋਸਾ ਦਾਨ। ਪੜੋ ਜੀ, ਵਿਸਾ ਦਾਨ, ਭਰੋਸਾ ਦਾਨ। ਕਿ ਸਾਡਾ ਗੁਰੂ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਵੱਜ ਜਾਏ, ਤੇ ਭਰੋਸਾ ਵੀ ਇੰਨਾ ਡੂੰਘਾ ਹੋਏ ਕਿ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ ਦੁਆਰ। ਜਾਂ ਭਰੋਸਾ ਇੰਨਾ ਡੂੰਘਾ ਹੋਏ, ਕਬੀਰ ਜਿਹ ਦਰ ਆਵਤ ਜਾਤ ਹੋ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਆ ਜੋ ਦਰ ਐਸਾ ਹੋਏ। ਕਿਉਂਕਿ ਇਸ ਦਰ ਬਾਬਤ, ਗੁਰੂ ਦੇ ਦਰ ਬਾਬਤ ਕੋਈ ਅੱਜ ਦੀ ਇਹ ਗੱਲ ਨਹੀਂ ਹੈ, ਇਹ ਆਦ ਦੀ। ਅਸੀਂ ਕਹਿੰਦੇ ਹਾਂ ਜੀ ਸਿੱਖ ਧਰਮ ਤੇ ਬੜਾ ਨਵੀਨ ਹੈ, ਸਿੱਖ ਧਰਮ ਤੇ ਸਿਰਫ ਔਰ ਸਿਰਫ 550 ਸਾਲ ਹੋਏ ਨੇ। ਪਰ ਇਹ ਨੈਰੇਟਿਵ ਠੀਕ ਨਹੀਂ ਹੈ, ਮੈਨੂੰ ਲੱਗਦਾ। ਠੀਕ ਹੈ, ਤੁਹਾਨੂੰ ਜੋ ਲੱਗਦਾ ਹੋਏ ਉਹ ਤੁਹਾਡੀ ਮਰਜ਼ੀ, ਤੁਹਾਡੀ ਸੋਚ ਹੋ ਸਕਦੀ ਹੈ। ਇਟਸ ਆਲ ਅਬਾਊਟ ਯੂਰ ਥਿੰਕਿੰਗ, ਇਟਸ ਆਲ ਅਬਾਊਟ ਯੂਰ what you say, your intuition, your wisdoms, whatever you feel like that। हाँ, जो मैनू फील लगता मैं आप संगतां दे सामने रखांगा क्योंकि आप जी ने मैनू मौका दिता है। असल दे विच सिख धर्म कोई 550 साल असी ये नहीं कह सकते कि नवीन धर्म है। सिख धर्म उन्ना पुरातन है जिन्नी पुरातन सृष्टि है, ਜਾਂ जिन्ना पुरातन इस पार ब्रह्म परमेश्वर वाहिगुरू जी दी होंद दी सानू एहसास वाली बिरती हुई। क्यों? सिख धर्म नवीन धर्म इसलिए नहीं है, इसलिए पुरातन है क्योंकि सिख धर्म गुरु ग्रंथ साहब जी दी बाणी, गुरु नानक साहब ओदे नाल जोड़दे, जिहड़ा आद सच, जुगाद सच है, भी सच, नानक होसी भी सच। फिर नवीन किथों हो गया? फिर ते सब तो पुरातन हो गया। क्यों? पुरातनता की है? साडी जड़ा आद पूर्ण, मद पूर्ण, अंत पूर्ण परमेश्वर है। सिमरंत संत सरबत रमन, नानक अगनाशन जगदीश्वर है। ते साडा मुड की है? साडा मुड राम की अंश है। ते उस राम की अंश की पछाण करन वस्ते रोज असी ये वचन पढ़ते हैं, सरंग जाम लाग भवजल तरन कै, जन्म वृथा जात रंग माया कै। श्री गुरु ग्रंथ साहब जी की बाणी दे विच एक एक अखर, एक एक वचन सिख दे जीवन नूं घड़न वास्ते है। और जिन्नी इंटलैक्चुअलशिप गुरु ग्रंथ साहब जी दे विच पई है असीं समझ नहीं सके। 17 तो लैके 22 भाषावां तक लभियां गईयां ने ते होर कई पईयां ने, कईयां दे अपभ्रंश रूप्स ने। 120 डायलैक्ट्स गुरु ग्रंथ साहब जी दे विच पए ने। ਇਹ नहीं कि पूरे लभ ले गए ने, बहुत सारा कुछ सरमाया जिहड़ा साडे अखों ओले हो गया। बहुत सारे अखर ते बड़ियां सारियां भाखावां ते बड़े सारे डायलैक्ट्स साडी सुरती विचों गवाच गए ने समय दे नाल। जे इत्थे महाराष्ट्र दा भगत बैठा, भगत नामदेव जी, पहलपुरी पुंडरक बना ताचे हंसा सगले जना,
कृष्णा ते जानो हर हर नाचंती नाचना मार पूर्ण उसी रूप दे विच लेके आए। सिर्फ और सिर्फ लैंग्वेज जिहड़ी है ना, सतगुरु जी ने लैंग्वेज नाल छेड़छाड़ नहीं की। हाँ, गुरमुखी लिपि पाती, जिहड़ी लिपि है गुरमुखी रखती ते लैंग्वेज भाषा दी वही रहन देती। जे राजस्थान की गल करिए, घड़ो गणो गड़ो सद लोड़ है, ते सब तो पुरातन भगत गुरु ग्रंथ साहब जी की बाणी दे विच 1170 दे जयदेव है। ते जयदेव जी बंगाली भगत ने, ते उन्हां दी बाणी जिहड़ी है बंगाली ते संस्कृत मिक्सचर है, ते गुरु साहब ने वही पाई। जिहड़ा शब्द असी भगत जयदेव जी का पढ़ते हैं, सीधी गल है 1170 तो लैके 1675 तक का खजाना इहदे विच पिया होया। 1170 का भगत है भगत जयदेव जी, ते भगत जयदेव जी तो लैके गुरु तेग बहादुर साहब महाराज जी के बचन, गुरु तेग बहादुर साहब महाराज जी की बाणी, या इस तरह कह लीए जय जयवंती राग का आखिरी शब्द बीत जय है जन्म अकाज रे, ते जां असीं इस तरह कह लीए गुरु तेग बहादुर साहब जी के सलोक ते आखिरी जिहड़ा सलोक है कि इस जगत विच आया ते एक काम कर, राम नाम उर्मह गयो जाकै सम नहीं कोय, जिह सिमरत संकट मिटै दर्श तुहारो होए। ये गुरु तेग बहादुर साहब जी का आखिरी सलोक है। ते सतगुरु गुरु ग्रंथ साहब जी की बाणी दे विच एक खजाना पिया, और ये असीं दस नहीं सके ना, ये साडी बदकिस्मती है। गुरु ग्रंथ साहब अज दे पंजाब की गल नहीं करदी बाणी, गुरु ग्रंथ साहब जी की बाणी बाबा शेख फरीद जी दे पंजाब की गल करदी है। ये वो पंजाब है जिहड़ा पंजाब पाकिस्तान जिदियां हद्दां उज़बेकिस्तान, तुर्कमेनिस्तान, तुर्कमेनिस्तान इत्थों तक लगदियां ने। ये वो पंजाब है जिस पंजाब दे बाबत पूरन सिंह जी ने, प्रोफैसर पूरन सिंह ने कहा सी कि पंजाब ना हिंदू ना मुसलमान, पंजाब वसदा गुरुआं दे नाम ते। सीधी गल कीती सी उन्हें कि जे पंजाब दा पिछोकड़ है कोई ते गुरु नानक। क्यों गुरु नानक? इसलिए क्योंकि बाबा शेख फरीद दी बांह फड़न वाले भी गुरु नानक ने। एक स्पष्ट गल है। अच्छा दसो, बाबा शेख फरीद नूं असीं जाणदे हुंदे जे गुरु नानक साहब ये बख्शिश ना करदे? जे पाक पटन दी धरती ते गुरु नानक साहब जाके एक बचन है महाराज जी दा, भाओ तेरा भांग खलड़ी मेरा चीत, मैं दीवाना भया अतीत कर का सा दर्शन की भूख, मैं दर मांगो नीता नीत तो दर्शन की करो समाए, मैं दर मांगत भीखिया पाए। इस धरती ते कदी कोई मुर्शद आके नहीं कहंदा कि मैं भिखिया लैण आया। वाहद गुरु नानक साहब इस धरती दे उत्ते आए हुए भगतां दे विच उस पार ब्रह्म परमेश्वर दे इल्हाम नूं लैण वास्ते तुरे गए। जे उन्हां नूं कहा गया कि तुसीं ते खतरियां दे पुत्तर हो, किथे तुरे होए हो तुसीं? नीच जात कहण कहाउण वाले सौ काल। महाराज जी कहंदे मैनूं ये दसो, केसर मैला होया कदी? केसर ते फुल दी ਉਹ ਕਿੱਥੋਂ ਟੁੱਟ ਕੇ ਆਇਆ? ਕੁਸਮ ਫੁੱਲ ਕਦੀ ਮੈਲਾ ਹੋਇਆ? ਉਹ ਵੀ ਦੇਵ ਵਾਲਿਆਂ ਤੇ ਚੜਦਾ, ਉਹਦੇ ਹਾਰ ਬਣਾ ਕੇ ਉਹ ਵੀ ਪੂਜਿਆ ਜਾਂਦਾ ਤੇ ਪੂਜ ਨਹੀਂ ਕਿ ਫੁੱਲ ਵੀ ਇਸ ਲਈ ਕਿਉਂ? ਕਿਉਂਕਿ ਉਹ ਪੂਜਾ ਲਈ ਵਰਤਿਆ ਜਾਂਦਾ ਹੈ। ਮਿਰਗਮੈ ਦਾ ਮਤਲਬ ਹੁੰਦਾ ਹੈ ਕਸਤੂਰੀ। ਕਸਤੂਰੀ ਹਿਰਨੀ ਦੇ ਢਿੱਡ ਵਿੱਚੋਂ ਨਿਕਲੀ ਹੁੰਦੀ ਹੈ, ਮਾਸ ਦਾ ਲੋਥੜਾ। ਸਿੱਧੀ ਗੱਲ ਕਰੀਏ, ਉਹ ਖੁਸ਼ਬੂ ਲਈ ਵਰਤੀ ਜਾਂਦੀ ਹੈ, ਉਹ ਧੂਫ ਬੱਤੀਆਂ ਦੇ ਵਿੱਚ ਪੈਂਦੀ ਹੈ, ਅਗਰਬੱਤੀਆਂ ਵਿੱਚ ਪੈਂਦੀ ਹੈ। ਹਰਣਾ ਸੋਨਾ ਵੀ ਚਲਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਸਿੱਧੀ ਗੱਲ ਕੀਤੀ, ਤੁਸੀਂ ਮੈਨੂੰ ਇੱਕ ਗੱਲ ਪੁੱਛਦੇ ਹੋ, ਤੁਸੀਂ ਖੱਤਰੀ ਦੇ ਪੁੱਤਰ ਹੋ ਤੇ ਤੁਸੀਂ ਨੀਵੀਂ ਜਾਤ ਵਾਲਿਆਂ ਦੇ ਕੋਲ ਕੀ ਕਰਨ ਲੈਣ ਗਏ ਹੋ? ਤੇ ਉਹਨਾਂ ਨੇ ਸਿੱਧੀ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਨਾਲ ਲੌਜੀਕਲ ਗੱਲ ਕਰੋ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਨੇ ਹੀ ਸਰਬੇ ਪਰਮਲ ਕਰਨਾ। ਕਦੀ ਕੇਸਰ ਮੈਲਾ ਹੋਇਆ? ਕਦੀ ਨਹੀਂ ਹੋਇਆ ਮੈਲਾ। ਫੁੱਲ ਕਦੀ ਮੈਲਾ ਹੋਇਆ? ਵੈਸੇ ਬਾਣੀ ਕਹਿੰਦੀ ਫੁੱਲ ਤੇ ਬਿਟਾਰਿਆ ਗਿਆ, ਫੁੱਲ ਤੇ ਝੂਠਾ ਹੋ ਗਿਆ, ਭੌਰੇ ਨੇ ਬਿਟਾਰ ਦਿੱਤਾ। ਮਿਰਗ ਮੈਂ ਕਸਤੂਰੀ, ਉਹਦੀ ਤੇ ਖੁਸ਼ਬੂ ਵਰਤੀ ਜਾਂਦੀ ਹੈ। ਹਰਣਾ ਸੋਨਾ, ਕਦੀ ਸੁਨਿਆਰੇ ਨੇ ਇਹ ਕਹਿ ਕੇ ਸੋਨਾ ਸਸਤਾ ਵੇਚਿਆ ਵੀ ਇਹ ਸੋਨਾ ਮੈਂ ਇਸ ਲਈ ਸੇਲ ਸਸਤਾ ਵੇਚ ਰਿਹਾ? ਕਿਉਂ ਜੀ? ਬਾਕੀ ਸੋਨਾ 65,000 ਰੁਪਏ ਤੋਲਾ ਵੇਚ ਰਿਹਾ, ਇਹ ਸੋਨਾ ਮੈਂ 35,000 ਵੇਚ ਰਿਹਾ। ਕਾਰਨ ਕੀ ਹੈ ਜੀ? ਨੀਵੀਂ ਜਾਤ ਦੀ ਕਿਸੇ ਔਰਤ ਨੇ ਪਾਇਆ ਸੀ। ਦੱਸੋ ਕਦੀ ਸੋਨੇ ਦੀ ਕੀਮਤ ਨੀਵੀਂ ਜਾਤ ਦੀ ਔਰਤ ਦੇ ਪੈਣ ਨਾਲ ਘਟਦੀ ਹੈ? ਇਹ ਲੌਜਿਕ ਗੁਰੂ ਨਾਨਕ ਸਾਹਿਬ ਨੇ ਮੰਗਿਆ। और उस पंजाब की गल जिहड़ा पंजाब बाबा शेख फरीद जी का पुरातन पंजाब 1173 का समय, दूसरे पुरातन भगत गुरु ग्रंथ साहब जी के बाबा शेख फरीद ने केसर कुसुम मिर्ग में हरना सर्व शरीरी चरना, चंदन भगतां जोत ने ही। चंदन ते वैसी जिहड़ा मैला गर्क क्यों कहंदे? चंदन सप नाल लिपटिया हुंदा है, वो ते कदी मैला नहीं होया।
ਚੰਦਨ ਭਗਤਾਂ ਜੋਤ ਨਹੀਂ ਸਰਬੇ ਪਰਮਲ ਕਰਨਾ, ਘੇ ਪਟ ਪਾਂਡਾ ਕਹੇ ਨਾ ਕੋਈ, ਘਿਓ ਤੇ ਪਸ਼ੂ ਵਿੱਚੋਂ ਆਇਆ, ਗੁਰੂ ਨਾਨਕ ਸਾਹਿਬ ਕਹਿੰਦੇ। ਪਰ ਕੋਈ ਹਵਨ ਦੇਸੀ ਘਿਓ ਤੋਂ ਬਿਨਾਂ ਦੱਸੋ ਹੋ ਸਕਦਾ? ਪਟ ਰੇਸ਼ਮ ਦਾ ਕਪੜਾ ਸਭ ਤੋਂ ਕੀਮਤੀ ਮੰਨਿਆ ਗਿਆ, ਉਹ ਹਰ ਕੋਈ ਪੂਜਾ ਮਾਨਤਾ ਦੇ ਵਿੱਚ ਪਟ ਰੇਸ਼ਮ ਵਰਤਦਾ। ਮਹਾਰਾਜ ਕਹਿੰਦੇ ਉਹ ਤੇ ਨਿਕਲੇ ਕੀੜੇ ਵਿੱਚੋਂ ਹੈ। ਮੈਨੂੰ ਜਵਾਬ ਦਿਓ ਤੁਸੀਂ, ਦੇਸੀ ਘਿਓ ਵੀ ਪਸ਼ੂ ਵਿੱਚੋਂ ਆਇਆ ਤੇ ਰੇਸ਼ਮ ਵੀ ਕੀੜੇ ਵਿੱਚੋਂ, ਕਿਰਮ ਵਿੱਚੋਂ ਨਿਕਲਿਆ, ਕੀੜੇ ਵਿੱਚੋਂ। ਘੇ ਪਟ ਭਾਂਡਾ ਕਹੇ ਨਾ ਕੋਈ, ਐਸਾ ਭਗਤ ਵਰਣ ਮੈਂ ਹੋਏ। ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਬਚਨ ਹੈ। ਸਾਨੂੰ ਭਗਤ ਨਾਮਦੇਵ ਜੀ ਦੀ ਸੋਝੀ ਹੁੰਦੀ, ਜਿਹੜਾ ਕਰਮ ਗੁਰੂ ਨਾਨਕ ਸਾਹਿਬ ਨੇ ਕੀਤਾ ਸਾਡੇ ਉੱਤੇ। ਅਸੀਂ ਕਿਸ ਤਰ੍ਹਾਂ ਜਾਣਦੇ ਭਗਤ ਕਬੀਰ ਜੀ ਨੂੰ? ਇਹ ਹੈ ਗੁਰਮਤ ਦਾ ਸਭ ਤੋਂ ਪਹਿਲਾ ਕਦਮ, ਜਿੱਥੇ ਸਭਨੀ ਸਾਂਝੀਵਾਲਤਾ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਜਿਹਨੇ ਇੱਕ ਪਿਤਾ ਇਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਦੀ ਗੱਲ ਕੀਤੀ। ਤੇ ਅੱਜ ਅਸੀਂ ਧੜਿਆਂ ਦੇ ਵਿੱਚ ਵੰਡ ਗਏ, ਬੜਾ ਮਾਣ ਮਹਿਸੂਸ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਇਹੀ ਤੇ ਕਹਿੰਦੇ ਸੀ, ਮੈਂ ਸਾਰੇ ਵੇਖ ਆਇਆ, ਸਭ ਆਪਣੀ ਆਪਣੀ ਢੱਫਲੀਆਂ, ਆਪਣੀਆਂ ਆਪਣੀਆਂ ਤੂਤੀਆਂ ਵਜਾ ਰਹੇ ਨੇ, ਬਸ ਉਹਦਾ ਭੇਤ ਕੋਈ ਨਹੀਂ ਪਾ ਰਿਹਾ। श्रावक सुध समूह सिद्धांत के देख फिर कर जोग जति के सूर सुराधन सुध सुधारक सारे देख ले। कहते ਅਸੀਂ ਅੰਮ੍ਰਿਤ ਪਾਨ ਕਰਦੇ ਹਾਂ ਜੀ, ਅਸੀਂ ਸੁਰਤ ਦਾ ਅੰਮ੍ਰਿਤ ਪੀਂਦੇ ਹਾਂ। ਸੁਰ ਸੁਰਾਧਨ ਸੁਧ ਸੁਧਾਰਕ, ਆਪਣੇ ਆਪ ਨੂੰ ਸਿੱਧੀਆਂ ਲਾਉਣ ਵਾਲੇ ਕਹਿੰਦੇ ਆ। संत समूह ने एकमति के सारे ही देश को देख रहे हो, मत को ना देखिए। उथे तक ते कोई पहुंचे नहीं, सब अपनी अपनी टफलियां बजा रहे। श्री भगवान की भाई कृपा हूं ते एक रत्ती बिन एक रत्ती के, रत्ती जिन्नी कीमत नहीं है जे उदी कीमत ना पाए, जे उहदे विच सुरत ना जोड़े। इसी गल नूं फिर गुरु साहब नूं पुछया कौन? गुरु गोबिंद सिंह साहब ने कहा काम ना क्रोध ना लोभ ना मोह ना रोग ना शोक ना भोग ना भय है। देवहीन स्नेह सबोतन नेह बृक्त अगय अछय, जान को देत जान को देत, जमीन को देत जमान को दे है, काहे को डोलत है। इत्थे विश्राम ला के पढ़ो। काहे को डोलत है तुमरी सुध श्री पद्मापत लै है। इथों पढ़ो, सुध लैण वाला वो है, पर तू कहना मैनू किसी की लोड़ नहीं, तू कहना मैं ही मैं। आज महाराजा दलीप सिंह 130 साल हो गए पूरे। 22 अक्टूबर 1893 आज दे दिन महाराजा दलीप सिंह ने आखिरी साह लिया सी। आज इसी धरती ते बैठे हैं 130 साल बाद, और आज परचोल करिए अज वो सारा एम्पायर, वो सारा पिछोकड़, वो सारी बख्शिशां। जद दलीप सिंह नूं चेते करांगे, बीर सिंह नरंगाबादी नूं भुल नहीं सकदे असीं। बाबा बीर सिंह नरंगाबादी नूं साडी सुरत विचों कढ देना ये बड़ी वड्डी साजिश है, कॉन्स्पिरेसी है। साडा पतन उस दिन हो गया सी जिस दिन बीर सिंह नरंगाबादी बाबा महाराज सिंह वर्गियां नूं साडी सुरत विचों कढ दिता गया। असीं जतन नहीं कीता। क्यों? बीर सिंह नरंगाबादी महाराजा रणजीत सिंह दी फौज नूं छड्ड के आए सन। जज्बा देखो सिख दा, ते आके ऐसी थां उन्होंने डेरा, ये डेरा वो नहीं सी जेड़े अज असीं डेरे समझी बैठे हैं। पढ़ियो कदी पिछोकड़, वो डेरे केड़ी सन? उस वेले उन्हां डेरियां दे विच गवर्नमेंट दियां गोरियां दी कॉन्स्पिरेसीज पढ़ाईयां जांदियां सन, स्टेट दियां नीतियां पढ़ाईयां जांदियां सन। साडे जेड़े विधियां प्रणालियां सन ना, जेड़ियां जिन्हों असीं बुंगे जुगो जुग झंडे बुंगे जुगो जुग अटल, ये बुंगियां दी परंपरा विचों निकले सन। बाबा बीर सिंह नरंगाबादी या इन्हां दे डेरे, ये डेरे वो नहीं जेड़ा अज डेराबाद असीं कहने आ। बहुत वड्डी मत चाहिए इस गल नूं। इहदे पिछे की कुछ लुकिया होया है? क्यों? उन्हां डोगरियां दी साजिश ते इस धरती दे रहण वाले गोरियां ने साडे विच ऐसा बीज पाता सी, एक दूसरे के खिलाफ लड़ पे। बीर सिंह नरंगाबादी शहीद क्यों होए ने? कौन मार के गया? कोई बाहरों मार के गया? बीर सिंह नरंगाबादी की गाथा ही सानू बहुत कुछ समझा जाती है। क्यों भाई साहब? सच सच है ना? जे नहीं तो मैनू तुसी बिल्कुल दस्यो। कथा तो बाद तुसी मैनू बिल्कुल, मैं डायलॉग करांगा, तुहाडे नाल गल करांगा, मैं सिखांगा हाथ जोड़ के।
ਸਿੱਖ ਦੇ ਉੱਤੇ ਚੜਾਇਆ ਤੇ ਅਗਰੋਂ ਤਿਆਰੀ ਕਰਕੇ ਬੈਠੇ ਬਾਬਾ ਵੀਰ ਸਿੰਘ ਨਰੰਗਾਬਾਦੀ ਰਾਤ ਕਹਿੰਦੇ ਦੇਗ ਜੇ ਤਿਆਰ ਹੋਣੇ ਚਾਹੀਦੇ। ਉਹ ਕਹਿੰਦੇ ਜੀ ਜੰਗ ਚੜਾਈ ਕਰਕੇ ਆ ਰਹੇ, ਕਹਿੰਦੇ ਭਾਵੇਂ ਚੜ ਕੇ ਆ ਰਹੇ ਆ ਪਰ ਸਿੱਖ ਹੈਗੇ ਗੁਰੂ ਕੇ। ਇਹ ਭਾਵਨਾ ਖਤਮ ਕਰਤੀ ਜਿਹੜੇ ਚੜ ਕੇ ਆ ਰਹੇ ਸਨ ਉਹਨਾਂ ਵਿੱਚੋਂ, ਪਰ ਜਿਹੜੇ ਤਿਆਰ ਬਰ ਤਿਆਰ ਬੈਠੇ ਸਨ ਉਹ ਫਿਰ ਵੀ ਗੁਰੂ ਕੇ ਸਿੱਖ ਬਣ ਕੇ ਬੈਠੇ ਸਨ। ਤੇ ਉਹਨਾਂ ਨੇ ਭਾਈ ਮਹਾਰਾਜ ਸਿੰਘ ਤਿਆਰ ਕੀਤਾ, ਇਸ ਧਰਤੀ ਦਾ ਵਾਇਸਰਾਏ। ਚਲੋ ਸਿੱਧੀ ਗੱਲ ਕਰਦੇ ਹਾਂ, ਲਾਰਡ ਡਲਹੌਜ਼ੀ ਅੱਜ ਮਹਾਰਾਜਾ ਦਲੀਪ ਸਿੰਘ ਹੋਰਾਂ ਦੀ ਅਸੀਂ ਯਾਦਗਾਰ ਚਲੋ ਜ਼ਰੂਰ ਅਸੀਂ ਚੇਤੇ ਕਰੀਏ। ਉਹਨਾਂ ਦਿਨ ਹੈ ਭਾਈ, ਉਹਨਾਂ ਦਾ ਕਲੇਜਾ ਪਾੜਦਾ ਹੈ। ਮੈਂ ਹੁਣੇ ਬੈਠੇ ਸਨ ਹਰੀਸ਼ ਵਦਵਾ, ਉਹਨਾਂ ਨਾਲ ਗੱਲ ਕਰ ਰਿਹਾ ਸੀ ਅੰਦਰ ਕਿ ਅੱਜ ਐਸਾ ਦਿਹਾੜਾ, ਕੀ ਗੱਲ ਕਰੀਏ। ਸਾਰਾ ਮੇਰੇ ਮਨ ਦੇ ਅੰਦਰੋਂ ਖਿਆਲ ਪਲਟ ਗਿਆ ਜਦ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਅੱਜ 130 ਸਾਲ ਹੋ ਗਏ। ਕਰਨੀ ਸ਼ਬਦ ਦੀ ਗੱਲ ਹੈ, ਪਰ ਉਹ ਸ਼ਬਦ ਦਾ ਅਣਿਆਲਾ ਤੀਰ ਕਿੱਥੋਂ ਗਿਆ ਸਾਡੇ ਦਿਲ ਵਿੱਚੋਂ ਲੰਘ ਕੇ। ਇੱਕੋ ਇੱਕ ਮਹਾਰਾਜਾ ਭਾਈ ਮਹਾਰਾਜ ਸਿੰਘ ਤਿਆਰ ਕੀਤਾ। ਮਹਾਰਾਜੇ ਦਲੀਪ ਸਿੰਘ ਨੂੰ ਸਰਕਾਰ ਦੇ ਪਿੰਜਰੇ ਵਿੱਚੋਂ ਕੱਢਣ ਵਾਲਾ ਭਾਈ ਮਹਾਰਾਜ ਸਿੰਘ ਨੇ ਪਹਿਲੀ ਸਾਜ਼ਿਸ਼ ਰਚੀ ਸੀ। ਕੱਲਾ ਸੂਰਮਾ ਸੀ ਭਾਈ ਮਹਾਰਾਜ ਸਿੰਘ, ਜਿਹੜਾ ਸ਼ੇਰ ਦੇ ਮੂੰਹ ਵਿੱਚੋਂ ਹੱਥ ਪਾ ਕੇ ਦਲੀਪ ਸਿੰਘ ਨੂੰ ਲੈ ਕੇ ਆਉਣ ਲੱਗਾ ਸੀ। 99% ਸਫਲ ਹੋ ਗਿਆ ਸੀ, 1% ਰਹਿ ਗਿਆ ਲਾਹੌਰ ਦੇ ਕਿਲੇ ਵਿੱਚੋਂ ਕੱਢਣ ਨੂੰ, ਰਹਿ ਗਿਆ ਆਪਣੀ ਰਲਗੇ ਵਿੱਚ। ਦਲੀਪ ਸਿੰਘ ਨਹੀਂ ਆਇਆ ਬਾਹਰ। ਹੈਨਰੀ ਲਾਰੈਂਸ, ਜੌਨ ਲਾਰੈਂਸ ਤੇ ਲਾਰਡ ਡਲਹੌਜ਼ੀ ਭਾਈ ਮਹਾਰਾਜ ਸਿੰਘ ਦੇ ਨਾਮ ਤੋਂ ਥਰ-ਥਰ ਕੰਬਦਾ ਸੀ। ਇਹ ਤੇ ਪਤਾ ਹੈ ਕਿ ਲਾਰਡ ਡਲਹੌਜ਼ੀ ਨੇ ਸਿੱਖਾਂ ਦੇ ਉੱਤੇ ਕਿੰਨਾ ਕੁਫਰ ਕੀਤਾ, ਪਰ ਕਦੀ ਇਹ ਵੀ ਪੜਿਓ ਕਿ ਲਾਰਡ ਡਲਹੌਜ਼ੀ ਇਸ ਗੱਲ ਨੂੰ ਮੰਨਦਾ ਹੈ ਮੇਰੀ ਵੋਟੀ ਕੈਂਸਰ ਨਾਲ ਇਸ ਲਈ ਮਰੀ ਹੈ, ਮੇਰੇ 2 ਬੱਚੇ ਇਸ ਲਈ ਰੁਲੇ ਨੇ ਕਿਉਂਕਿ ਮੈਂ ਪੰਜਾਬ ਦੀ ਧਰਤੀ ਦੇ ਉੱਤੇ ਕਹਿਰ ਕੀਤਾ। ਇਹ ਵੀ ਪੜਿਓ ਤੁਸੀਂ ਉਹਦਾ ਪੱਖ। ਔਰ ਮਹਾਰਾਜ ਸਿੰਘ ਤੋਂ ਇੰਨਾ ਥਰ-ਥਰ ਕੰਬਿਆ ਲਾਰਡ ਡਲਹੌਜ਼ੀ, ਕਹਿੰਦਾ ਮੈਂ ਰਹਿਣ ਨਹੀਂ ਦੇਣਾ ਪੰਜਾਬ ਵਿੱਚ। ਕਾਨੂੰਨ ਦੇ ਸਾਰੇ ਦਾਅ ਪੇ ਛਿੱਕੇ ਟੰਗ ਕੇ ਤੇ ਸਿੰਗਾਪੁਰ ਭੇਜ ਦਿੱਤਾ, ਦੇਸ਼ ਨਿਕਾਲਾ ਕਰ ਦਿੱਤਾ। ਇਹ ਸੀ ਗੁਰੂ ਕੇ ਸਿੰਘ, ਜਿਨ੍ਹਾਂ ਦੇ ਨਾਮ ਨੇ ਕਾਂਬਾ ਛੇੜਿਆ। ਕੋਈ ਵੀ ਨਹੀਂ ਆਇਆ, ਬਸ ਸਾਜ਼ਿਸ਼ਾਂ ਮਾਰੀਆਂ ਨੇ। ਤੇ ਉਹ ਸਾਜ਼ਿਸ਼ਾਂ ਕਿਉਂ ਬੜੀਆਂ, ਇਹਦਾ ਕਾਰਨ ਕੀ ਹੈ? ਇਹ ਵੀ ਤੇ ਬਾਣੀ ਦੱਸਦੀ ਹੈ ਨਾ, ਇਹ ਵੀ ਤੇ ਸਤਿਗੁਰੂ ਜੀ ਦੀ ਬਾਣੀ ਦੇ ਉਪਦੇਸ਼ ਵਿੱਚੋਂ ਹੈ ਨਾ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਉਂ ਹੁਣ ਕੱਲੀ ਹੁਣ ਅਸੀਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਜੀ ਦੀ, ਸਭ ਸੁਖਾਲੀ ਉਠੀਆਂ ਇਹ ਹੋਆ ਹਲੇਮੀ ਰਾਜ ਜੀਓ, ਪਰ 15 ਦੇ 15 ਭਗਤ ਉਹੀ ਗੱਲ ਕਰਦੇ ਨੇ। ਜੇ ਅਸੀਂ ਬਾਬਾ ਰਵਿਦਾਸ ਜੀ ਨੂੰ ਚੇਤੇ ਕਰੀਏ, ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋ ਨਾਹੀ ਤੇ ਠਾਉ, ਨਾ ਤਜਵੀਜ਼ ਖਿਰਾਜ਼ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੈਂ ਖੂਬ ਵਤਨ ਗਹਿ ਪਾਈ। ਇਹ ਵਤਨ ਬਾਅਦ ਚ ਬਣਨਗੇ, ਪਹਿਲਾਂ ਇਹ ਵਤਨ ਬਣਾ ਲਈਏ। ਆ ਵਤਨ ਬਣਾਉਣ ਵਾਲਾ ਪਹਿਲਾਂ ਆ ਘਰ ਬਣਾ ਲਈਏ, ਜਿਸ ਘਰ ਨੂੰ ਰੋਜ਼ ਪੜਦੇ ਆ ਨਿਜ ਘਰ ਮਹਿਲ ਪਾਵੋ, ਸੁਖ ਸਹਜੇ ਬੌਰ ਨਾ ਹੋਏਗੋ ਫੇਰਾ। ਪਹਿਲਾਂ ਇਸ ਘਰ ਦੀ ਸਫਾਈ ਕਰ ਲਈਏ ਜਿਹਨੂੰ ਸਤਿਗੁਰ। ਇਹਦੇ ਅੰਦਰ ਜਿਹੜੇ ਵਿਕਾਰਾਂ ਦੀ ਗੁਲਾਮੀ ਅਸੀਂ ਕਰ ਰਹੇ ਹਾਂ ਨਾ, ਪਹਿਲਾਂ ਇਸ ਗੁਲਾਮੀ ਨੂੰ ਕੌਣ ਕੱਟੇਗਾ ਜਿਹੜੀ ਆ ਗੁਲਾਮੀ ਲੈ ਕੇ ਬੈਠੀ ਹੈ, ਜਿਹਨੂੰ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲਿਏ ਦਰਵਾਜੇ ਬਾਜੀ ਲੈ ਅਨਹਦ ਬਾਜੇ। ਇਸ ਗੁਲਾਮੀ ਨੂੰ ਕੌਣ ਕੱਢੇਗਾ? ਜਿਹਨੂੰ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ ਅਵਰ ਪੰਚ ਇੱਕ ਹਮ ਇੱਕ ਜਨਾ ਕਿਉਂ ਰੱਖਿਆ ਘਰ ਬਾਰ ਬਣਾ, ਮਾਰਾ ਹੈ ਲੂਟਾ ਨੀਤ ਕਿਸ ਆਗਿਆ ਕਰੀ ਪੁਕਾਰ ਜਨਾ, ਸ੍ਰੀ ਰਾਮ ਨਾਮਾ ਉਚਰ ਜਨਾ ਆਗਿਆ ਜਮਦਲ ਬਿਖਮ ਕਨਾ। ਬਿਖਮ ਹੈ ਸਾਡੇ ਕੋਲ, ਇੰਨੀ ਅਮੀਰੀ ਪਈ ਹੈ ਨਾ। ਅਸੀਂ ਕਹਿੰਦੇ ਜੇ ਸਾਡੇ ਬੱਚੇ ਪੰਜਾਬੀ ਬੋਲਦੇ ਨੇ ਸਾਨੂੰ ਗਰਵ ਹੁੰਦਾ ਹੈ। ਪੰਜਾਬੀ ਬੋਲਣਾ ਗਰਵ ਨਹੀਂ ਹੈ, ਮਾਣ ਉਸ ਦਿਨ ਹੈ ਜਦ ਤੁਹਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਬੋਲਣ। ਇਹ ਪੰਜਾਬੀ ਗੱਲੀ ਤੂੰ ਮੈਂ ਵਾਸਤੇ ਨਹੀਂ ਦਿੱਤੀ ਹੋਈ ਗੁਰਮਤ ਨੇ। ਪੰਜਾਬੀ ਇਸ ਤੋਂ ਪਹਿਲਾਂ ਬਹੁਤ ਸੀ, ਤੁਸੀਂ ਪੜ੍ਹ ਲਓ ਗੋਰਖਨਾਥ ਦਾ ਲਿਟਰੇਚਰ ਸਾਰਾ। ਗੋਰਖਮਤ ਕਿੰਨਾ ਪੁਰਾਣਾ ਹੈ, ਸਾਰੀ ਪੰਜਾਬੀ ਹੈ ਉਹਨਾਂ ਦਾ ਲਿਟਰੇਚਰ। ਪੰਜਾਬੀ ਕੋਈ ਬਹੁਤ ਵੱਡਾ ਕੱਦੂ ਚ ਤੀਰ ਨਹੀਂ ਹੋ ਗਿਆ ਸੀ ਪੰਜਾਬੀ ਬੋਲ ਲਈ, ਇੱਥੇ ਤੱਕ ਅਸੀਂ ਰੋਕਿਆ ਸਾਡਾ ਬੱਚਾ ਪੰਜਾਬੀ ਸਿੱਖ ਜੇ। ਇਹ ਠੀਕ ਨਹੀਂ ਹੈ, ਨੈਰੇਟਿਵ ਬਿਲਕੁਲ ਗਲਤ ਹੈ। ਸਾਡਾ ਬੱਚਾ ਉੱਥੋਂ ਤੱਕ ਪਹੁੰਚੇ ਜਦ ਗੁਰੂ ਦਾ ਸ਼ਬਦ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤੇ। ਪਹਿਲੀ ਪੌੜੀ ਇਹ ਹੈ। ਦੱਸੋ ਕਿੱਥੇ ਲਿਖਿਆ ਵੀ ਪੰਜਾਬੀ ਸਿੱਖ ਲਈ ਤੇ ਬਸ ਹੋ ਗਿਆ,
महाराज जी ने तो सीखण की गल कुछ होर की, सिखो शब्द प्यारिओ, ये है जन्म मरण की टेक। सतगुरु जी ने तो यह क्या, सिमरो सिमर सिमर सुख पावो, सास सास संभाले, ये लोक परलोक संग सहाई, जत कत मोहे रखवाले, गुरु का बचन। किहड़े बचन सिख ले असीं पंजाबियां विचों, वो भी देखिए ना, किहड़ा बचन गुरु साहब सानू सिखाउण वास्ते कह रहे, उपदेश कर रहे। एक नहीं, एक दे विचों अच्छा रेखता गुरु ग्रंथ साहब जी की बाणी विच है। 3 भाषावां दा सुमेल है रेखता, अरबी, फारसी ते उर्दू। गुरु नानक साहब दा शब्द तिलंग महला पहला, या फर्ज गुफ्तम पेश तो दरहोस कुन करतार, खका कबीर करीम तू बेया परबतगार, दुनिया मुकामे फानी तहकीक दिलदानी, ममसर मुए अजराइल गिरफ्तार दिल हेच नादानी, जन पिसर पदर बिरादरा कसनेस दस्तंगीर, आखिर बेफ्तम कशना दारत चू शब तकबीर। कले गुरु नानक साहब नहीं, गुरु अर्जुन साहब भी। खाक नूर करदंग आलम दुनिया आसमान ज़मीन दरखत आप पैदाइश खुदाए, बंदे चश्म दीदंग फनाए, दुनिया मुर्दार खुर्दनी गाफिल हवाए, दिल कब्ज कब्जो कादरा दोजक सजाए, वली नियामत बरादरा दरबार मिल्क खानाए, जब अजराइल बसनी तब चिकारे बिदाए, हवाल मालूम करदंग पाक अल्लाह, भुगो नानक अरदास पेश दरवेश बंदा। ये साडी अमीरी है, ये साडा सरमाया है। हर वतन, हर शहर, हर ज्ञान दा बंदा दंदा च ऊंगला पा के गुरु के सिख नूं वेखदा सी, जद देखदा सी। इत्थे इलिटरेसी नहीं, कदी भी गुरु घर दे विच असीं कहीए कदी इत्थे अनपढ़ता दी गल है ही नहीं। पर किहड़े वतन किहड़े रस्ते असीं तुर पए हां, ये मोड़ा कद पएगा। सच्चे पातशाह महाराज जी ने जप बाणी दे विच सानू एक उपदेश दिता है। असीं कहंदे हां किहड़ा उपदेश है? महाराज कहंदे इस पौड़ी तुरना पएगा। एक दूजी पौ लख होवे, लख होवे, लख 20 लख लख गेड़ा आखियां, एक एक नाम जगदीश, एक राह पत पवड़ियां चढ़िया होए, 21 उदा रूप, उस तो घट नहीं। यही ते खालसा है ना, यही खालसा है, उस तो घट नहीं। कबीर साहब ने भी क्या सी, उस तो घट नहीं सरेगा। पहला कहते जी जे भगती करनी है ते रोड़े वर्गे हो जाओ, रोड़ा होए रो बाट का तज मन का अवमान, ऐसा कोई दास होए ताहे मिले भगवान। कहते रोड़ा नहीं, रोड़ा हुआ तो क्या पया पंथी हूं दुख दे। जे कोई जुत्ती पा के आएगा तो रोड़े नूं भी ठुड ठुड मार देगा, नंगे पैर आएगा तो उन्होंने चुभेगा। ये थोड़ी गल है कोई मातड़ बंदा आ गया तो उत्ते असी जोर पाता, जेड़ा कोई बड़ा आ गया तो चुके भी शाह जी करती असी। ये नहीं। फिर कहते खे वर्गो हो जाओ कि ज्यों धरन मैं खे, ये भी गल की कबीर साहब ने। फिर कहते खे हुई तो क्या पया जो उड़ लग गया अंग, खे उन्ना चिर तक खेया जिन्ना चिर तक हवा नहीं चली, हवा चल गई तो सिर ते पैंदी है, फिर खे अखां च पैंदी है मिट्टी। ये भी नहीं, जिन्ना चिर तक अहंकार दी हनेरियां फूक नहीं छकाई किसी नूं टिका है, जिस दिन फूक छकाती तो उस दिन बंदा सीधा सिर च पैंदा है। ये भी नहीं, ये भी नहीं। खे हुई तो क्या पया जो उड़ लग गया अंग, हरजन ऐसा चाहिए जो पानी सरबंग, फिर पानी हो जाओ कबीर साहब कहते। हुण पानी दी भी गल कीती, पानी हुण जद पानी दी गल आई, पानी निवाण वल तुरदा है, बई निमरता है पानी दे विच। अच्छा पानी नूं जेड़े भांडे विच पा दो ओहो जा हो जाता। कबीर साहब कहते ठीक है पानी का गुण है निवाण वल जाता है, जिस भांडे च पाओ ओहो जा हो जाता है, जिहो जी भावें सुख होए ते भावें दुख हो जो जा हो जाता है। पर पानी दे विच भी एक बड़ी वड्डी कमी है। पानी हुआ तो क्या पया सीरा ताता होए, जे माड़ी जी अग लगे ना सेक लगे तो पानी भी दस देंदा है, फिर पानी विचों ही धुआं निकलदा है, सड़दा है, ते ठंड मिल जाए तो उत्थे जम जाता है। जे बाहरों कुछ प्रभाव पै जाए तो मन सड़ जाए, ते बाहरों अहंकार मिल जाए तो मन फिर ऐ सख्त हो जाए ना। ये गल नहीं, ना रोड़ा ना मिट्टी ना पानी, सीधी गल कीती। पानी हुआ तो क्या पया सीरा ताता होए, फिर किहो जा होए। ते सिख दी सुरत दा इत्थे जवाब दिता है, हर जन ऐसा चाहिए जैसा हर ही होए। पढ़ो सारे, हर जन ऐसा चाहिए जैसा इना। ये है, ये शिखर है सिखी दा।
ਇਹ ਹੈ ਸਾਡਾ ਸਿਲੇਬਸ, ਇਹ ਹੈ ਕਿਉਰੀਕੁਲਮ, ਸਾਰਾ ਕੁਝ ਓਵਰਆਲ ਸਾਡੀ ਪਰਸਨੈਲਿਟੀ ਇਹ ਹੈ। ਜਿਹਨੂੰ ਭਗਤ ਕਬੀਰ ਜੀ ਅਬ ਤੋਂ ਜਾਇ ਚੜ੍ਹੈ ਸਿੰਘਾਸਨ ਮਿਲੇ ਹੈ ਸਾਰਿੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਹਿ ਪਛਾਣੀ। ਕੋਈ ਭੇਤ ਨਹੀਂ ਰਹਿਣ ਦਿੱਤਾ ਇਹਦੇ ਵਿੱਚ, ਇੱਕੋ ਭੇਤ ਕਰਤਾ। ਜਿਹਨੂੰ ਦੇਖੋ 15 ਭਗਤ ਨੇ ਤੇ 15 ਐਕਸਪੀਰੀਅੰਸ ਹੈਗੇ ਗੁਰਬਾਣੀ ਵਿੱਚ ਯੂਨੀਕ। ਤੁਸੀਂ ਭਗਤ ਕਬੀਰ ਦਾ ਭਗਤ ਨਾਮਦੇਵ ਨਾਲ ਰਲਾ ਕੇ ਦਿਖਾਓ, ਡੈਸਟੀਨੇਸ਼ਨ ਇੱਕ ਹੈ ਪਰ ਮਾਰਗ ਵੱਖਰਾ ਵੱਖਰਾ ਹੈ। ਸੁਰਤ ਦਾ ਭਗਤ ਨਾਮਦੇਵ ਦਾ ਮਾਰਗ ਵੱਖਰਾ, ਕਬੀਰ ਸਾਹਿਬ ਦਾ ਵੱਖਰਾ। ਕਬੀਰ ਸਾਹਿਬ ਅੱਛਾ ਨਾਮਦੇਵ ਨੂੰ ਕੋਈ ਚੱਕ ਕੇ ਬਾਹਰ ਬੰਦਰ ਤੋਂ ਮਾਰਦਾ ਹੈ, ਨਾਮਦੇਵ ਉਹਨੂੰ ਕੁਝ ਨਹੀਂ ਕਹਿੰਦੇ, ਉਹਨੂੰ ਰੱਬ ਨੂੰ ਕਹਿੰਦੇ ਆ। ਜੇ ਭਗਤ ਕਬੀਰ ਨੂੰ ਕੋਈ ਚੱਕ ਕੇ ਮਾਰੇ ਨਾ ਫਿਰ ਉਹ ਭਗਤ ਕਬੀਰ ਡਾਂਗੂ ਭਗਤ ਹੈ। ਇਹ ਦਾਸ ਨੇ ਬੰਗਲਾ ਸਾਹਿਬ ਤੋਂ ਵੀ ਗੱਲ ਕੀਤੀ ਸੀ, ਉਹਨਾਂ ਨੇ ਡਾਂਗ ਕੱਢਣੀ ਹੈ। ਗਲੀ ਜਿਨਾ ਜਪ ਮਾਲੀਆਂ ਲੋਟੇ ਹੱਥ ਨੇ ਭਾਗੋ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਅੱਛਾ ਇੱਥੇ ਬਸ ਨਹੀਂ, ਜੋ ਤੋਂ ਬ੍ਰਾਹਮਣ ਬ੍ਰਾਹਮਣੀ ਜਾਇਆ ਸਭ ਤੋਂ ਵੱਡਾ। ਦੇਖੋ ਇਸ ਤੋਂ ਵੱਡੀ ਕੋਈ ਗੱਲ ਹੋ ਸਕਦੀ ਹੈ? ਤੁਸੀਂ ਆਪ ਸਿਆਣੇ ਸੱਜਣੋ, ਇਸ ਤੋਂ ਉੱਤੇ ਕੋਈ ਗੱਲ ਹੋ ਸਕਦੀ ਹੈ? ਤੋ ਆਨ ਬਾਟ ਕਾਹੇ ਨਹੀਂ ਆਇਆ? ਬਈ ਮੈਨੂੰ ਇਹਦਾ ਜਵਾਬ ਦੇ ਦੇ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਤੁਮ ਕਤ ਲੋਹੂ ਹਮ ਕਤ ਲੋਹੂ ਤੁਮ ਕਤ ਦੂਧ। ਸਿੱਧੀ ਗੱਲ ਵੀ ਤੇਰੀ ਕਿਹੜੀ ਰਗਾਂ ਦੇ ਵਿੱਚ ਦੁੱਧ ਹੈ? ਵੀ ਰਗਾਂ ਦੇ ਵਿੱਚ ਤੇ ਤੇਰੀ ਵੀ ਲਹੂ ਹੈ ਨਾ। ਤੂੰ ਵੀ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਿਆ ਸੀ ਤੇ ਮੈਂ ਵੀ ਲਟਕਿਆ ਸੀ। ਸਿੱਧੀ ਗੱਲ ਕੀ ਤੂੰ ਰਲਦਾ ਨਹੀਂ। ਇਹ ਇਸ ਲਈ ਗੁਰੂ ਸਾਹਿਬ ਨੇ, ਪਰ ਮੰਜ਼ਿਲ ਇੱਕ ਹੈ। ਅਸੀਂ ਕਦੀ ਮੰਜ਼ਿਲ ਨਹੀਂ ਭਟਕਦੇ ਅਸੀਂ ਰਸਤਾ। ਯਾਦ ਰੱਖਿਓ, ਕਦੀ ਕਿਸੇ ਨੇ ਨਹੀਂ ਕਿਹਾ ਮੈਂ ਮੰਜ਼ਿਲ ਭਟਕ ਗਿਆ, ਰਸਤਾ ਭਟਕਿਆ ਜਾਂਦਾ ਹੈ। ਭਗਤ ਰਵਿਦਾਸ ਜੀ ਦਾ ਰਸਤਾ ਵੱਖਰਾ ਹੈ। ਹਾਂ, ਜੇ ਭਗਤ ਨਾਮਦੇਵ ਤੇ ਕਿਸੇ ਨੇ ਵਧੀਕੀ ਕੀਤੀ, मोको तू ना विसार तू ना विसार तू ना विसारे रामैया आलावंती ए भ्रम जो है मुझ ऊपर सब कोपिला। भगत कबीर जी सिੱਧੀ ਡਾਂਗ ਵਰਾਉਂਦੇ ਨੇ। ਨਾਮਦੇਵ ਕਹਿੰਦੇ ਨਾ ਸੂਦ ਕਰ ਮਾਰ ਉਠਾਇਓ ਕਾਹ ਕਰੇ ਬਾਪ ਬੀਠੂਲਾ। ਸਿੱਧੀ ਗੱਲ ਕਰਦੇ ਰੱਬ ਨਾਲ, ਉਲਾਮਾ ਉਹਦੇ ਨਾਲ ਹੈ ਕਿ ਮੈਨੂੰ ਮਾਰ ਕੇ ਕੁੱਟਿਆ। ਮੂਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਮੈਨੂੰ ਸਵਰਗ ਨਰਕ ਨਹੀਂ ਦੇਖਣਾ ਮੇਰੇ ਰੱਬ, ਮੈਨੂੰ ਨਹੀਂ ਦੇਖਣਾ। ਇਸ ਭੁਲੇਖੇ ਵਿੱਚੋਂ ਮੈਨੂੰ ਤੂੰ ਕੱਢ ਦੀ। ਨਾ ਮਰਨ ਤੋਂ ਬਾਅਦ ਮੈਨੂੰ ਸਵਰਗ ਚਾਹੀਦਾ ਤੇ ਨਾ ਨਰਕ ਚਾਹੀਦਾ। ਅੱਜ ਅਸੀਂ ਇਹੀ ਕਰ ਦਿੰਦੇ ਹਾਂ। ਜੇ ਅਸੀਂ ਕੱਲਾ ਪੂਤਾਂ ਮਾਤਾਂ ਦੀ ਕੀ ਅਸੀਂ ਸ਼ਬਦ ਸੁਣਾ ਕੇ ਕਹੀਏ ਜੀ ਹੋ ਗਿਆ ਜੀ ਖੁਸ਼ੀ ਦਾ ਕਾਰਜ, ਪਰ ਗੱਲ ਤੇ ਇਹ ਹੈ ਨਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ ਸੋ ਹਰ ਹਰ ਤੁਮ ਸਦ ਹੀ ਜਾਪੋ ਜਾਕਾ ਅੰਤ ਨਾ ਪਾਰੋ। ਮਹਾਰਾਜ ਜੀ ਨੇ ਵਹਿਮ ਭਰਮ ਸਾਰੇ ਕੱਢੇ ਵੀ ਇਹ ਵਹਿਮ ਭਰਮ ਨਹੀਂ ਹੋਣੇ ਚਾਹੀਦੇ। ਇਹ ਵਿਪਰਵਾਦ ਗੁਰੂ ਕੇ ਸਿੱਖ ਦੀ ਸੁਰਤ ਵਿੱਚੋਂ ਨਿਕਲਣਾ ਚਾਹੀਦਾ, ਇਹ ਡਰ ਨਿਕਲਣਾ ਚਾਹੀਦਾ। ਗੁਰੂ ਨਾਨਕ ਸਾਹਿਬ ਨੇ ਤੇ ਸਿੱਧੀ ਗੱਲ ਕੀਤੀ, ਜੇ ਮੁਹਾਕਾ ਘਰ ਮੂਹੇ ਘਰ ਮੂੰਹ ਪਿਤਰੀ ਦੇ ਅੱਗੇ ਬਸ ਸਿਆਣੀਆਂ ਪਿਤਰੀ ਚੋਰ ਕਰੇ ਵੱਡੀਆ ਹੱਥ ਦਲਾਲ ਕੇ ਮੁਸਵੀ ਇਹ ਕਰੇ। ਕਹਿੰਦੇ ਇੱਕ ਨੂੰ ਵੇਖਿਆ ਤੂੰ ਕੀ ਕੀਤਾ ਜੀ? ਮੈਂ ਤੇ ਜੀ ਪਿਤਰ ਭੋਜ ਕਰਾਇਆ। ਫਿਰ ਕਹਿੰਦੇ ਜੀ ਮੈਂ ਵੀ ਕਰਾਉਣਾ। ਕੰਮ ਉਹਦਾ ਕੀ ਹੈ? ਚੋਰੀ ਦਾ। ਗੁਰੂ ਨਾਨਕ ਸਾਹਿਬ ਕਹਿੰਦੇ ਚਲੋ ਮੰਨ ਲਿਆ ਜੀ, ਅੱਗੋਂ ਸਾਡੇ ਪਿਤਰਾਂ ਤੱਕ ਚੀਜ਼ਾਂ ਪਹੁੰਚ ਜਾਂਦੀਆਂ ਨੇ। ਇੱਕ ਚੋਰ ਨੇ ਪਿਤਰ ਭੋਜਨ ਕਰਾ ਲਿਆ ਤੇ ਉਹ ਵੀ ਚੋਰੀ ਕਰਕੇ ਭਾਂਡੇ ਲਿਆਇਆ, ਚੀਜ਼ਾਂ ਲਿਆਇਆ, ਕੱਪੜੇ ਲਿਆਇਆ ਤੇ ਉਹਨੇ ਕਿਹਾ ਤਾਂ ਜੀ ਆ ਜੀ ਮੇਰੇ ਵੀ ਪਹੁੰਚਾ ਦਿਓ ਉੱਤੇ। ਗੁਰੂ ਨਾਨਕ ਸਾਹਿਬ ਕਹਿੰਦੇ ਉੱਤੇ ਉਹਦੇ ਵੀ ਪਿੱਤਰ ਬੈਠੇ ਜਿਹਦੇ ਘਰੋਂ ਚੋਰੀ ਕਰਕੇ ਲਿਆਇਆ, ਤੇ ਉੱਤੇ ਤੇਰੇ ਵੀ ਆਏ। ਜੇ ਤੇਰੇ ਪਿੱਤਰਾਂ ਤੱਕ ਉਹ ਚੀਜ਼ ਪਹੁੰਚ ਗਈ ਤੇ ਜਿਹਦੇ ਘਰੋਂ ਆਈ ਉਹਨੇ ਇਹ ਨਹੀਂ ਕਹਿਣਾ ਇਹ ਤੇ ਮੇਰੀ ਹੈ। ਪੁਰਾਣੇ ਸਮੇਂ 'ਚ ਤੇ ਸਾਡੇ ਭਾਂਡਿਆਂ ਉੱਤੇ ਬਜ਼ੁਰਗਾਂ ਦੇ ਨਾਮ ਵੀ ਲਿਖੇ ਹੁੰਦੇ ਸਨ, ਨਾਮ ਵੀ ਘੜੇ ਹੁੰਦੇ। ਮਹਾਰਾਜ ਨੇ ਸਿੱਧੀ ਗੱਲ ਕੀਤੀ, ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ। ਕਹਿੰਦੇ ਬੰਦਾ ਆਪ ਤੇ ਚੋਰ ਸੀ, ਜਿਹਦੇ ਪਿਤਾ ਨੇ ਜਿਹਦੇ ਬਜ਼ੁਰਗਾਂ ਨੇ ਕਦੀ ਕਿਸੇ ਦੀ ਸੂਈ ਨਹੀਂ ਚੁਰਾਈ। ਤੂੰ ਮੋਇਆ ਹੋਇਆਂ ਨੂੰ ਵੀ ਚੋਰ ਬਣਾਤਾ ਭਰਾਵਾ। ਤੂੰ ਕਹਿੰਦਾ ਮੈਂ ਚੰਗਾ ਕਰ ਰਿਹਾ, ਤੂੰ ਕਰ ਕੀ ਬੈਠਾ? ਤੂੰ ਤੇ ਸਾਰਾ ਖੇਤ ਹੀ ਉਜਾੜ ਲਿਆ। ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਨੇ ਸਾਡੀ ਸਿਮਰਤੀ ਵਿੱਚ ਵਸਾਇਆ। ਠੀਕ ਹੈ, ਇਹ ਗੱਲਾਂ ਸਾਨੂੰ ਸੁਣਨ ਨੂੰ ਔਖੀਆਂ ਲੱਗਣੀਆਂ, ਪਰ ਇਹ ਸੱਚ ਸਿਧਾਂਤਕ ਗੱਲਾਂ ਨੇ। ਇਹੀ ਗੁਰਬਾਣੀ ਹੈ। ਇਹ ਪਹਿਲੀ ਪੌੜੀ ਹੈ। ਇਹ ਤਰਾਹਪਤ ਪੌੜੀਆਂ ਤਾਂ ਮੈਂ ਇਹ ਤੁਕ ਰੱਖਤੀ। 38 ਪੌੜੀਆਂ ਨੇ, ਪਰ ਕਿੱਥੇ ਪੌੜੀ ਨਹੀਂ ਲਿਖਿਆ ਜਪ ਬਾਣੀ ਦੇ ਉੱਤੇ, ਪਰ ਕਹਿੰਦੇ ਅਸੀਂ 38 ਪੌੜੀਆਂ। ਕਿਉਂ? ਕਿਉਂਕਿ ਇਹ ਸੁਰਤ ਦੀ ਦਾਨਾਈ ਹੈ, ਇਹ ਸੁਰਤ ਦੀ ਬਜ਼ੁਰਗੀ ਹੈ।
ਤੇ ਬਜ਼ੁਰਗੀ ਕੋਈ ਉਮਰ ਨਾਲ ਨਹੀਂ ਹੁੰਦੀ, ਮੈਨੂੰ ਖਿਮਾ ਬਖਸ਼ਿਓ। ਗੁਰਮਤ ਵਿੱਚ ਕਦੀ ਸੁਰਤ ਦੀ ਜਾਂ ਸਰੀਰ ਦੀ ਇਹ ਕਦੀ ਮਿਲਾਪ ਨਹੀਂ ਹੈ। ਸੁਰਤ ਦੀ ਦਾਨਾਈ ਹੋ ਜਾਣਾ ਬਜ਼ੁਰਗੀ ਹੈ। ਭਾਈ ਨੰਦ ਲਾਲ ਘਰ ਬਜ਼ੁਰਗੀ ਇਬਾਦਤ ਕੁਨ ਬੰਦਗੀ। ਗੁਰਮਤ ਵਿੱਚ ਬਜ਼ੁਰਗੀ ਦਾ ਮਤਲਬ ਉਮਰ ਦਾ ਵੱਡਾ ਹੋਣਾ ਨਹੀਂ ਹੈ। ਗੁਰਮਤ ਦੇ ਵਿੱਚ ਬਜ਼ੁਰਗੀ ਦਾ ਮਤਲਬ ਉਮਰ ਭਾਵੇਂ 7 ਤੇ 9 ਸਾਲ ਹੈ ਤੇ ਜਾਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ 5.5 ਸਾਲ ਹੈ। ਘਰ ਬਜ਼ੁਰਗੀ ਇਬਾਦਤ ਕੁਨ ਬੰਦਗੀ, ਇਹ ਬਜ਼ੁਰਗੀ ਬੰਦਗੀ ਵਿੱਚੋਂ ਆਉਂਦੀ ਹੈ, ਸਿਧਾਂਤ ਵਿੱਚੋਂ ਆਉਂਦੀ ਹੈ। ਤੇ ਜੇ ਨਹੀਂ ਹੈ ਵਰਨਾ ਆਖਰ ਮੇਕਸ਼ੀ ਸ਼ਰਮਿੰਦਗੀ। ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਤੁਰਾ ਘਰ ਨਜ਼ਰ ਹਸਤ ਲਸ਼ਕਰ ਬਾਜ਼ਰ ਕਿ ਮਹਾਰਾ ਨਿਗਾਹ ਹਸਤੀ ਅਸ ਦਾ ਸ਼ੁਕਰ। ਇੱਕ ਗੱਲ ਮੈਂ ਤੁਹਾਡੇ ਸਾਹਮਣੇ ਰੱਖਾਂ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਸਾਡੇ ਵਾਹਦ ਗੁਰੂ ਨੇ, ਉਸ ਤੋਂ ਬਿਨਾਂ ਸਿੱਖ ਇੱਕ ਕਦਮ ਅੱਗੇ ਪਿੱਛੇ ਨਹੀਂ ਹੋ ਸਕਦਾ। ਜੋ ਖਜ਼ਾਨਾ ਗੁਰੂ ਨੇ ਦੇ ਦਿੱਤਾ, ਉਸ ਖਜ਼ਾਨੇ ਦਾ ਕੋਈ ਸੰਸਾਰ ਵਿੱਚ ਤੋੜ ਨਹੀਂ, ਯਾਦ ਰੱਖਿਓ। ਜੇ ਤੁਹਾਡੇ ਕੋਲ ਗੁਰੂ ਦਾ ਬਚਨ ਹੈ, ਗੁਰੂ ਕੀ ਬਾਣੀ ਹੈ, ਸਿਧਾਂਤ ਹੈ, ਕੋਈ ਇਸ ਧਰਤੀ ਤੇ ਨਹੀਂ ਜੰਮਿਆ ਤੁਹਾਨੂੰ ਡੁਲਾ ਸਕੇ, ਕੋਈ ਨਹੀਂ ਜੰਮਿਆ। ਕਿਉਂਕਿ ਇਹ ਦਾਤ ਇਤਨੀ ਤਾਕਤਵਰ ਹੈ। ਇਸ ਦਾਤ ਨੂੰ ਉਲਾਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਕਿਹਾ। ਇਸ ਦਾਤ ਨੂੰ ਭਗਤ ਕਬੀਰ ਜੀ ਨੇ ਕਿਹਾ, ਡਗਮਗ ਛਾੜ ਰੇ ਮਨ ਬੌਰਾ ਅਬ ਤੋਂ ਜਰੇ ਮਰੇ ਸਿਧ ਪਾਈਆ ਲੀਨੋ ਹਾਥ ਸੰਡੋਰਾ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਮੈਂ ਤੁਹਾਨੂੰ ਇੱਕ ਗੱਲ ਦੱਸਾਂ। ਮੇਰੀ ਗੱਲ ਹੁਣੇ ਰੰਧਾਵਾ ਸਾਹਿਬ ਵੀਰ ਜੀ ਨਾਲ ਹੋ ਰਹੀ ਸੀ, ਰਸਤੇ 'ਚ ਆਉਂਦੇ ਆ। ਭਾਵੇਂ ਇਸ ਗੱਲ ਨੂੰ ਤੁਸੀਂ ਜਿਵੇਂ ਮਰਜ਼ੀ ਲਓ, ਜਿਹੜੀ ਸਿੱਖ ਦੀ ਇੰਟੈਲੈਕਚੁਅਲਸ਼ਿਪ ਹੈ ਨਾ, ਭਾਵ ਸਾਡੀ ਇੰਟੈਲੈਕਚੁਅਲਸ਼ਿਪ ਹੈ ਨਾ, ਦੁਨੀਆ ਦੀ ਕੋਈ ਭਾਸ਼ਾ ਤੇ ਕੋਈ ਵਿਦਵਾਨ ਐਸਾ ਨਹੀਂ ਹੋਏਗਾ ਜਿਹੜਾ ਗੁਰੂ ਦੀ ਵਿਦਿਆ ਜੇ ਤੁਹਾਡੇ ਅੰਦਰ ਹੋਵੇ ਤੁਹਾਡੇ ਅੱਗੇ ਝੁੱਕ ਕੇ ਨਾ ਜਾਏ। 2015 ਦੇ ਵਿੱਚ ਮੇਰੀ ਇੰਟਰਵਿਊ ਹੋਈ ਬੜੀ ਮੁਸ਼ਕਿਲ ਦੇ ਨਾਲ ਸੈਂਟਰਲ ਯੂਨੀਵਰਸਿਟੀ ਕਸ਼ਮੀਰ। ਪਹਿਲਾਂ ਨਹੀਂ ਸੀ ਮੰਨਦੇ ਕਿ ਅਸੀਂ ਆਊਟ ਆਫ ਦ ਆਪਣਾ ਸੈਟਅਪ ਆਊਟ ਆਫ ਦ ਬਾਕਸ ਕਿਸੇ ਹੋਰ ਪ੍ਰੋਫੈਸਰ ਨੂੰ ਬੁਲਾਈਏ। ਅਸਿਸਟੈਂਟ ਪ੍ਰੋਫੈਸਰ ਦੀ ਮੈਂ ਇੰਟਰਵਿਊ ਦੇ ਵਿੱਚ ਬੈਠਾ 2015 ਦੇ ਵਿੱਚ। ਗਾਂਦਰਬਲ ਦੇ ਵਿੱਚ ਉਹਨਾਂ ਨੇ ਇੱਕ ਆਰਜ਼ੀ ਤੌਰ ਦੇ ਉੱਤੇ ਬਿਲਡਿੰਗ ਕਿਰਾਏ ਤੇ ਲੈ ਕੇ ਯੂਨੀਵਰਸਿਟੀ ਸ਼ੁਰੂ ਕੀਤੀ ਸੀ। ਜਿਹੜਾ ਪਲਾਨ ਸੀ ਸਾਡੀ ਗਵਰਨਮੈਂਟ ਦਾ ਕਿ ਸੈਂਟਰਲ ਯੂਨੀਵਰਸਿਟੀਜ਼ ਬਣਨਗੀਆਂ। ਜਦ ਸੈਂਟਰਲ ਯੂਨੀਵਰਸਿਟੀ ਕਸ਼ਮੀਰ ਦੇ ਵਿੱਚ ਯੂਨੀਵਰਸਿਟੀ ਬਣਨ ਲੱਗੀ ਸੀ ਤੇ ਮੇਰੀ ਮਿੱਤਰਤਾ ਸੀ, ਉਹ ਮਿੱਤਰ ਨੇ ਪ੍ਰੋਫੈਸਰ ਹਮੀਦੁੱਲਾ ਮਿਰਾਜ਼ੀ। He was assistant professor and head of department of Kashmir University in 2015. Now he is an emeritus professor. He is also a head of department of Central University Kashmir, and he is also linked with Jamia Millia Islamia and Hamdard universities. So most of the eminent university he has been contacted with, or on a contractual basis he is a visiting professor also. ਉਹ ਮੇਰੀ ਯੂਨੀਵਰਸਿਟੀ ਆਉਂਦੇ ਸੀ ਤੇ ਮੇਰੀ ਗਾਈਡ ਨੂੰ ਪਤਾ ਕੀ ਕਹਿੰਦੇ ਸਾਨੂੰ ਇਹ ਬੰਦਾ ਚਾਹੀਦਾ। ਉਹ ਮੇਰੇ ਵੱਲ ਇਸ਼ਾਰਾ ਕਰਕੇ ਕਹਿੰਦੇ, ਤੇ ਮੇਰੀ ਗਾਈਡ ਡਾਕਟਰ ਸ਼ਸ਼ੀ ਬਾਲਾ ਪ੍ਰੋਫੈਸਰ, ਉਹਨਾਂ ਨੇ ਇੱਕ ਗੱਲ ਪੁੱਛੀ, ਇਹ ਕਰੇਗਾ ਕੀ? ਚਲੋ ਜੋ ਵੀ ਹੈ ਕਿ ਹਰ ਬੰਦਾ ਦੂਸਰੇ ਨੂੰ ਅੰਡਰ ਐਸਟੀਮੇਟ ਹੀ ਕਰਕੇ ਰੱਖਦਾ ਹੈ। ਉਹ ਕਹਿੰਦੇ ਇਹ ਕਰੇਗਾ ਕੀ? ਉਹ ਡਾਕਟਰ ਹਮੀਦੁੱਲਾ ਮਿਰਾਜ਼ੀ ਜਿਹੜੇ ਕਹਿੰਦੇ ਜੋ ਕਰੇਗਾ ਮੈਨੂੰ ਪਤਾ। ਉਹਨਾਂ ਦੇ ਮਨ ਦੇ ਅੰਦਰ ਇੱਕ ਪ੍ਰੀਤ ਸੀ ਗੁਰੂ ਨਾਨਕ ਸਾਹਿਬ ਬਾਰੇ, ਪ੍ਰੇਮ ਸੀ, ਹੈ ਮੁਸਲਮਾਨ ਉਹ ਵੀ। ਉਹ ਚਾਹੁੰਦੇ ਸੀ ਕਿ ਗੁਰੂ ਨਾਨਕ ਸਾਹਿਬ ਦੀ ਗੱਲ ਕਸ਼ਮੀਰ ਦੇ ਵਿੱਚ ਵੀ ਹੋਏ। ਉਹ ਕਹਿੰਦੇ ਮੈਂ ਕੋਸ਼ਿਸ਼ ਕਰ ਦਾਂਗਾ, ਮੈਂ ਬੇਸ ਬਣਾ ਦਾਂਗਾ, ਪਰ ਤੂੰ ਇੰਟਰਵਿਊ 'ਚ ਜ਼ਰੂਰ ਆਈ। ਚਲੋ ਮੈਂ ਉਹਨਾਂ ਦੀ ਗੱਲ ਮੰਨ ਕੇ ਇੰਟਰਵਿਊ 'ਚ ਆ ਗਿਆ। ਸਭ ਤੋਂ ਆਖਰੀ ਮੈਨੂੰ ਬਿਠਾ ਲਿਆ ਉਹਨਾਂ ਨੇ ਸਾਹਮਣੇ। 7 ਪ੍ਰੋਫੈਸਰ ਸੀ, ਜਿਹਦੇ ਵਿੱਚੋਂ 2 ਐਮਰੀਟਸ ਬੈਠੇ ਸਨ, ਬੜੇ ਤਗੜੇ ਵਿਦਵਾਨ। 1 ਘੰਟਾ ਮੇਰੀ ਇੰਟਰਵਿਊ ਹੋਈ। ਕੰਪੈਰੀਟਿਵ ਸਟੱਡੀਜ਼ ਆਫ ਰਿਲੀਜਨ, ਯਹੂਦੀ ਧਰਮ, ਇਸਲਾਮ ਧਰਮ, ਜੋ ਕੁਝ ਮੈਂ ਪੜ੍ਹਿਆ ਸੀ ਜਾਣਦਾ ਸੀ। ਬੁੱਧਿਜ਼ਮ ਬਾਰੇ ਵੀ ਪੁੱਛਿਆ। ਲੱਕੀਲੀ ਮੈਂ ਬੁੱਧਿਜ਼ਮ ਦੇ ਵਿੱਚ ਕਾਫੀ ਡੀਪ ਰੱਖਿਆ ਹੋਇਆ ਸੀ। And my topic was related to comparative studies of religion, also the content of contentment in world religions. So ਉਹਦੇ ਵਿੱਚ ਮੈਨੂੰ ਖਾਸ ਕਰਕੇ ਕ੍ਰਿਸਚੀਅਨਿਟੀ, ਇਸਲਾਮ, ਇਹ 2 ਧਰਮਾਂ ਦਾ ਪੜ੍ਹਨ ਦਾ ਬੜਾ ਮੌਕਾ ਮਿਲਿਆ, ਕਿਉਂਕਿ ਕੰਟੈਂਟਮੈਂਟ ਦਾ ਕਨਸੈਪਟ ਹੀ ਸਭ ਤੋਂ ਪਹਿਲਾਂ ਬਾਈਬਲ ਵਿੱਚ ਆਇਆ। ਜੇ ਇਸ ਤੋਂ ਪਿਛੋਕੜ ਚਲੇ ਜਾਈਏ, ਅਸੀਂ ਜਿਹੜਾ ਧਰਮ ਯਹੂਦੀ ਹੈ, ਤੁਰਾ ਕਹਿ ਲਈ, ਉਹਦੇ ਵਿੱਚ ਆਇਆ। ਜਦ ਸਾਰਾ ਕੁਝ ਹੋ ਗਿਆ ਨਾ ਤੇ
एक प्रोफेसर उठ के बोलिया, कहता सरदार जी एक तो आप मुसलमान नहीं हो। मैं क्या सरदार जी हैं? कहते चलो ठीक है, सब कुछ ठीक है आपका, हमने मान लिया। ये कश्मीर है, ये कशीर है, कशीर बोल दिया। यहां कश्मीरी बोलनी पड़ती है। ना आप कश्मीरी समझते हो, ना बोलते हो, ना आप समझोगे, ना पढ़ा सकोगे। चलो आपने इंग्लिश में पढ़ाना है, हिंदी में, किसी में, कम से कम आपको समझ तो आनी चाहिए। आप तो समझते नहीं, हम आपको कैसे रख लें? मतलब वो सीधा इशारा करता कि भाई हुण तू जिथों आया ना, तू डंडी ला दे, भाई निकल जाऊं, इथों तेरी थां नहीं है। मैं महाराज गुरु गोबिंद सिंह ਨੂੰ याद ਕੀਤਾ ਤੇ मैं कहता कि डॉक्टर साहब ਮੰਨ ਲਿਆ ਮੈਨੂੰ ਕਸ਼ਮੀਰੀ ਨਹੀਂ ਆਉਂਦੀ, ਪਰ ਮੈਂ ਕਸ਼ਮੀਰੀ ਦੀ ਮਾਂ ਜਾਣਦਾ। ਉਹ ਮੇਰੇ ਵੱਲ ਵੇਖਣ ਲੱਗ ਗਿਆ, ਕਸ਼ਮੀਰੀ ਦੀ ਮਾਂ ਕੌਣ ਹੋਈ? मैं ਕਿਹਾ मैं फारसी जानदा। कहता क्या जानते हो फारसी में? मैं कहा फिर देख लो, मैं सुनावांगा तो फिर मैं रुकांगा नहीं। कहते क्या सुनाओगे? मैंने कहा मैं जफरनामा सुनाऊंगा। कहते वो क्या है? मैं कहा वो तो बताया नहीं जा सकता, वो सुनाया ही जा सकता है। वो क्या है जब तक आप सुनोगे नहीं वो नहीं पता लगेगा। कहते सुनाओ फिर। चलो खैर मैं शुरू किया। मैं विद्वता का प्रगटावा नहीं कर रहा, मैं हाथ जोड़ के गुरु साहब तो पौ खा के सिर्फ एक मैं अपनी गुरु दी बख्शिश का जिक्र तुहाडे सामने कर रहा। दानाई दा, ऊंचाई का जिक्र मैं कर रहा। 2005 तो लेके 2009 तक सिंह साहब प्रोफेसर मनजीत सिंह को पढ़े हैं। 5, 6, 7, 2, 3 साल जब गुरु ग्रंथ साहब जी की मुख बाणियां की संख्या पूरी हो गई ना, सिंह साहब ने सानू पटियाले भेजा सी। डॉक्टर नासिर नकवी, हेड ऑफ डिपार्टमेंट उर्दू, उन्होंने बड़ा नाम है उर्दू दे विच, प्रोफेसर नासिर नकवी, तुम्हें आ जाएंगी आदाबे हस्ती, उर्दू से मोहब्बत करके सीखो। ਅਸੀਂ ਉੱਥੋਂ ਉਰਦੂ ਸਿੱਖੀ। ਸਿੰਘ ਸਾਹਿਬ ਨੇ ਸਾਨੂੰ ਉਰਦੂ ਸਿਖਾਈ 6 ਮਹੀਨੇ। ਉਹਨੇ ਸਾਨੂੰ ਨਾਸਿਰ ਨਕਵੀ ਨੇ ਜਿਸ ਦਿਨ ਜ਼ਫਰਨਾਮਾ ਸੁਣਾਇਆ ਸੀ ਨਾ, ਉਹ ਸਿਰ ਢੱਕ ਲੈਂਦੇ ਸਨ ਤੇ ਅੱਖਾਂ ਚੋਂ ਅਥਰੂ ਕੱਢਦੇ ਸਨ ਜਦ ਉਹ ਸ਼ੇਰ ਮਿਸਰੇ ਪੜ੍ਹਦੇ ਸਨ। ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਅੱਜ ਜਿਸ ਚੀਜ਼ਾਂ ਤੋਂ ਅਸੀਂ ਮੂੰਹ ਮੋੜੀ ਬੈਠੀਆਂ ਸੇ ਕਹਿਣ ਕਹਾਉਣ ਵਾਲੇ, ਉਹ ਇੰਨੀ ਅਮੀਰੀ ਰੱਖਦੀ ਹੈ। ਦੇਖੋ ਇਹ ਫੈਸਲਾ ਸਿੱਖ ਜਗਤ ਨੇ ਬਾਅਦ ਚ ਕਰਨਾ ਕੀ ਹੈ ਜਾਂ ਨਹੀਂ ਹੈ। ਪਹਿਲਾਂ ਜੋ ਹੈ ਉਹਨੂੰ ਤੇ ਸੰਭੋ, ਇਹਦੇ ਬਾਅਦ ਚ ਹੋਏਗਾ ਨਾ ਕਿ ਉਹਦੇ ਵਿੱਚੋਂ ਕੀ ਗੁਰਮਤ ਦਾ ਕੀ ਮਨਮਤ ਦਾ, ਉਹ ਬਾਅਦ ਦੀਆਂ ਗੱਲਾਂ। ਪਹਿਲਾਂ ਜਿਹੜਾ ਸਰਮਾਇਆ ਉਹ ਤੇ ਸੰਭੋ ਨਾ ਭਾਈ, ਜੋ ਸਾਨੂੰ ਪਿਓ ਦਾਦੇ ਦਾ ਖਜ਼ਾਨਾ ਮਿਲਿਆ। ਉਹ ਕਹਿੰਦੇ ਇਮਾਨ ਖੁਮੇਨੀ ਯੂਨੀਵਰਸਿਟੀ ਦੇ ਵਿੱਚ ਜ਼ਫਰਨਾਮਾ ਪੜਾਇਆ ਜਾਂਦਾ ਹੈ। ਸਾਨੂੰ ਇੰਨਾ ਕੁ ਪਤਾ ਸੀ, ਪਰ ਵਿਸ਼ਵ ਦੇ ਵਿੱਚ ਜਿੰਨੀਆਂ ਯੂਨੀਵਰਸਿਟੀਆਂ ਨੇ ਜਿੱਥੇ ਲਿੰਗੁਇਸਟਿਕ ਡਿਪਾਰਟਮੈਂਟ ਹੈ, ਜਿੱਥੇ ਉਰਦੂ ਫਾਰਸੀ ਪਰਸ਼ੀਅਨ ਡਿਪਾਰਟਮੈਂਟ ਹੈ, ਉੱਥੇ ਜ਼ਫਰਨਾਮਾ ਪੜਾਇਆ ਜਾਂਦਾ ਹੈ। ਵਿਸ਼ਵ ਦੀ ਜਿੰਨੀਆਂ ਯੂਨੀਵਰਸਿਟੀਆਂ ਨੇ ਐਡਵਾਂਸ ਸਟੱਡੀਜ਼ ਦੇ ਵਿੱਚ, ਕਿਉਂਕਿ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਡਵਾਂਸ ਪਰਸ਼ੀਅਨ ਡਿਪਲੋਮਾ ਵੀ ਕੀਤਾ। ਪਹਿਲਾਂ ਪੜਾਇਆ ਗਿਆ ਸਾਨੂੰ ਸ਼ੇਖ ਸਾਦੀ, ਗੁਲਸਤਾਂ ਬੋਸਤਾਂ। ਤੇ ਜਦ ਮੈਂ ਸਰ ਨੂੰ ਗੱਲ ਕੀਤੀ, ਮੈਂ ਕਿਹਾ ਸਰ ਜ਼ਫਰਨਾਮਾ, ਕਹਿੰਦੇ ਉਹ ਅਭੀ ਨਹੀਂ, ਉਹ ਤਾਂ ਬੜਾ ਐਡਵਾਂਸ ਹੈ ਕਿਉਂਕਿ ਉਹਦਾ ਮੀਟਰ ਬੜਾ ਵੱਡਾ ਹੈ। ਪਹਿਲਾਂ ਗੁਲਸਤਾਂ ਬੋਸਤਾਂ ਬੜੇ ਸਾਰੇ ਜਿਹੜੇ ਚੱਲੇ ਨੇ। ਜਦ ਮੈਂ ਉਹਨਾਂ ਨੂੰ ਜ਼ਫਰਨਾਮਾ ਸੁਣਾਉਣਾ ਸ਼ੁਰੂ ਕੀਤਾ, ਕਮਾਲੇ ਕਰਾਮਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਿਹਾकुन रीम अमा बख्श बख्शिंदे ओ दस्तगीर खता बख्श रोजी देहो दिल पजीर के शहनशाह खूबी देहो रहनुमू के बेगुनो बेचू नो चू बेनमू ना साजो ना बाजो ना फौजो ना फर्श खुदावंत बख्शिंदा ऐशो अर्श जहां पाक जबरदस्त जाहर जूर अता में दे दम चो हाजिर हजूर अता बख्श ओ पाक परवरदिगार रहीम अस रोजी देहो हर दियार के साहिब दियारस्त आजम अजीम के हुस्न जमालस्त राज। इथों जो लड़ी चली, जब ये मिसरे सुना के हकायत शुरू की थी, फिर इथों तक हुमा के हुमा रक से साया आयत बजेर बरूदस दारद ना जागिद ले बस पसे कुछ पुष्ट उफ्तत पसे शेर नर बगीरत मुजो में शो आहू गुजर। फिर अगला शुरू होया, गुरसना के कार्य को नचे नर के दया लग बरो आयत बरो बेखबर के पैमा शिकन बेदरंग आमदन मयाती को तीरो तुफंग आमदन बाल आचार की दरमिया आमदन बा तदबीर तीरो तुफंग आमदन चुकार अजमा। अच्छा 111 शेरा में एक शेर गुरु गोबिंद सिंह साहब का नहीं है। मैंने ता पता लगे जब फारसी पढ़ी।
ਇਹ ਸ਼ੇਰ ਗੁਲਸਤਾਂ ਬੋਸਤਾਂ ਦੇ ਲਿਖਾਰੀ ਸ਼ੇਖ ਸਾਦੀ ਨੇ। चूंकार अजहमा ही ते दरगुज़श्त हलाल अस्त बुर्दम बश, पर इस रूप से नहीं है, वो वखरे रूप से है। रेफरेंस गुरु गोबिंद सिंह साहब, शेर गुरु गोबिंद सिंह साहब दा है, पर रेफरेंस इथे शेख सादी दी है। यही शेर शेख सादी दी किताब गुलस्तां बोस्तां दे विच है। औरंगजेब हिलिया होएगा इस शेर नूं पढ़ के कि इतनी दानाई गुरु गोबिंद सिंह साहब शेख सादी दी रेफरेंस मेरे सामने रख रहे हैं। चूंकार अज़मा हीलते दरगुज़श्त हलाल अस्त बुर्दम बशम शीर दस्त। आज जिस वेले 40 शेर सुनाए ना, महाराज दी कृपा सी, दास दा नेम दे विच हिस्सा सी, सानू सिंह साहब ने तैयारी करवाई सी उस वेले भी। वही बंदा कहंदा लाहौल विला कुवल, ये कितने शेर हैं? मैंने कहा 111 है। अच्छा कितने आते हैं? मैंने कहा 100 आते हैं, 11 नहीं आते। कहते सारे सुनाओगे? मैं कहा सारे सुनाएंगे। उन्होंने पीछे पता किया होर कौन है, कहते होर कोई नहीं, ही इज द लास्ट कैंडिडेट फॉर इंटरव्यू। जब इंटरव्यू पूरी हुई ना, उस बंदे ने ना सीस झुकाया, मेरे अगे नहीं, गुरु दी दानाई अगे, गुरु गोबिंद सिंह साहब अगे, गुरु नानक गुरु गोबिंद सिंह साहब अगे। उन्हें होर भी शेर मैनू सुनाए। फिर गुरु नानक साहब को फूटी तौहीद आखिर, सद के पंजाब से हिंद को मर्दे कामिल ने जगाया किसी ख्वाब से। इकबाल दी गल्लां उन्हें सुनाइया, सब कुछ। उन्हें क्या, हमने आपको रखना नहीं था, हमने आपको रखना नहीं था, पर आपने अपनी जगह खुद बनाई है, हम आपको नहीं हटा सकते। क्यों? उन्होंने मैनू कहा कि आप हमारे लिए रिलीजियस फिगर है, आज टीचर नहीं है। कारण की सी? गुरु दी विद्या प्रणाली, गुरु दी बख्शिश। और उथे सिख स्टडी शुरू हुई। महाराजा रणजीत सिंह तो बाद 2015 में सिख स्टडी शुरू हुई उथे। और मैनू ये लगता सी कि सतगुरु जी ने सेवा लई, मेरी विद्या प्रवान हुई यूनिवर्सिटीज एकेडमिक्स लेवल ते, जे उथे स्पेस बना ली ना सिख स्टडीज दे, मैनू लगता ये सतगुरु जी ने जी डिग्री सतगुरु जी के चरणों च अर्पित हुई PhD। ये बहुत बड़ा कारज सी। इंटरव्यू लैण तो बाद तो लैके चिट्ठी कड्ढण तक एक सेमेस्टर लगाता गया। मेरी चिट्ठी खुर्द पुर्द कर दी गई, ये गल्लां मैं नहीं कर सकता तुहाडे नाल। बहुत कुछ पॉलिटिकली होया, 6 महीने तक मैनू बुलाया नहीं गया। और इन्नी प्लानिंग हुई, मेरे कागज, मेरी इंटरव्यू सब कुछ खत्म करता गया कि इथों तक सारा रिकॉर्ड खत्म करता गया कि मैं आके इंटरव्यू भी दे के गया। ये मैं तुहानू गल दस रहा। गुरु दी कला देखो जद वरती, फिर जाके एक सेमेस्टर लंघण तो बाद फिर मेरी ज्वाइनिंग हुई सी। और सारे हैरान सी कि ये किवें हो गया। ये नहीं कहता कि ये कोई पढ़ाई मेरी या, ये सिर्फ सिजदा गुरु नानक साहब जी दे अगे हुंदा है कि हवाल मालूम करदन पाक अल्लाह, बगो नानक अरदास पेश दरवेश बंदा। ये पेश दरवेश बंदा, ये रहमतां ने, ये साडी अमीरी है गुरु प्यारियो, ये दानाई है, ये सहज है, ये टिका है, ये रहमत है, ये बरकत है। और सब कुछ बाणी विच पिया है। साडे जीवन दी हर एक शैली, मुर्दा होई मुरीद ना गंदी होवना, साबर सिदक शहीद परंपो होवना, गोला मुल खरीद कारी जोवना, ना तिस भुख ना नींद ना खाना सोना, सेवक होए संजीद ना हसन रोवना। इथों तक किसी धर्म दे विच ये गल नहीं है, जिन्नी सटल डिटेल साडे जीवन दियां, हसन रोण तक दियां भी गल्लां गुरु ग्रंथ साहिब जी दी बाणी विच है। सेव कीती संतोखी, जिनी सच्चों सच ते आया, उन्हीं मंदे पैर ना रखे, उनकर सुकृत धर्म कमाया, उन्हीं दुनिया तोड़े बंदना, अन्न पानी वर्त दी गल नहीं है, पर संजम दी गल पहले दिन तो है।
ਸੰਜਮ ਸਿੱਖ ਦੇ ਜੀਵਨ ਵਿੱਚ ਇੰਨਾ ਹੋਏ ਕਿ ਉਹਨੂੰ ਕਿਸੇ ਹੋਰ ਪਾਸੇ ਉਹਦੇ ਰੋਗ ਹੀ ਖਤਮ ਹੋ ਜਾਣਗੇ ਜੇ ਅੰਨ ਪਾਣੀ ਥੋੜਾ ਖਾਇਆ ਵਾਲੇ ਰਸਤੇ ਤੁਰ ਪਿਆ। ਸਾਰੇ ਰੋਗਾਂ ਦੀ ਜੜ ਵੱਧ ਖਾਣਾ ਹੈ, ਘੱਟ ਖਾਣ ਨਾਲ ਕਦੀ ਕੋਈ ਬਿਮਾਰ ਨਹੀਂ ਹੁੰਦਾ ਭਾਈ। ਇਹ ਗੱਲ ਗੁਰੂ ਸਾਨੂੰ ਪਹਿਲਾਂ ਸਮਝਾ ਗਏ। ਅੰਨ ਪਾਣੀ ਥੋੜਾ ਖਾਇਆ, ਇਹ ਸਾਡੀ ਸਰੀਰਕ ਰੋਗਾਂ ਦੀ ਸਭ ਤੋਂ ਪਹਿਲੀ ਜੜ ਜਿਹੜੀ ਹੈ ਨਾ, ਆ ਇੱਥੋਂ ਸਤਿਗੁਰੂ ਜੀ ਨੇ ਕੱਟੀ। ਇਹ ਜਿਹੜੀ ਹੁਣ ਇਸ ਗੱਲ ਨੂੰ ਸਾਇੰਟੀਫਿਕਲੀ ਐਜੂਕੇਸ਼ਨ ਦੇ ਲੈਵਲ ਦੇ ਵਿੱਚ ਅਸੀਂ ਜੇ ਤੋਰੀ, ਇਹੀ ਟਕਸਾਲ ਹੈ ਸਾਡੇ ਕੋਲ। ਅਸੀਂ ਨਹੀਂ ਪਹੁੰਚ ਪਾ ਰਹੇ ਯੂਨੀਵਰਸਿਟੀਆਂ ਤੱਕ, ਅਸੀਂ ਨਹੀਂ ਪਹੁੰਚ ਪਾ ਰਹੇ ਐਕੈਡਮਿਕ ਸਿਸਟਮਸ ਤੱਕ। ਆਈ ਐਮ ਰੀਅਲੀ ਵੈਰੀ ਸੌਰੀ ਟੂ ਸੇ ਦੈਟ। ਨਹੀਂ ਦਿਸਦੇ ਸਾਨੂੰ ਕੋਈ ਸੁਰਤ ਦੇ ਜੁੜੇ ਹੋਏ ਵਪਾਰੀ ਜਿਨ੍ਹਾਂ ਨਾਲ ਅਸੀਂ ਗੱਲ ਕਰੀਏ, ਉਹ ਇੱਥੇ ਬੈਠੇ ਹੁੰਦੇ ਨੇ। ਪਹੁੰਚ ਸਾਡੀ ਹੋਣੀ ਚਾਹੀਦੀ, ਇੱਥੇ ਵੀ ਤੇ ਉੱਥੇ ਵੀ, ਅਕੈਡਮਿਕਲੀ ਵੀ ਤੇ ਇੱਥੇ ਵੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ I was the only teacher to take a class of 370 students at one time. 19 ਡਿਪਾਰਟਮੈਂਟ ਦੇ ਬੱਚਿਆਂ ਦੀ ਕਲਾਸ ਮੈਂ ਇਕੱਲਾ ਲੈਂਦਾ ਰਿਹਾ। ID ਇੰਟਰਡਿਸਪਲਿਨਰੀ। ਇਹ ਮੈਂ ਇਸ ਲਈ ਦੱਸ ਰਿਹਾ ਕਿ ਪਿੱਛੇ ਕੀ ਸੀ ਗੁਰੂ ਗ੍ਰੰਥ ਸਾਹਿਬ, ਹੋਰ ਕੁਝ ਨਹੀਂ ਸੀ। ਦੂਜੀ ਗੱਲ ਮੈਨੂੰ ਆਉਂਦੀ ਨਹੀਂ, ਮੁੱਕਦੀ ਗੱਲ ਦੂਜੀ ਗੱਲ ਮੇਰੇ ਕੋਲ ਹੈ ਹੀ ਨਹੀਂ। ਬਸ ਫਾਰਮਾਸਿਊਟੀਕਲ ਡਿਪਾਰਟਮੈਂਟਸ ਗੁਰੂ ਨਾਨਕ ਸਟੱਡੀ ਦੇ ਵਿੱਚ ਪੜ੍ਹਨ ਆਉਂਦੇ ਸਨ। ਕੰਪਿਊਟਰ ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਬੜੇ ਸਟੂਡੈਂਟਸ ਮੇਰੇ ਇੱਥੇ ਵੀ ਹੈਗੇ। ਪੁੱਛ ਜੇ ਮਿਲੇ ਉਹ ਜਾਣਦੇ ਨੇ, ਭੱਜ ਕੇ ਆਉਂਦੇ ਸਨ ID ਪੜ੍ਹਨਾ। ਇੱਕ ਸਮਾਂ ਐਸਾ ਆਇਆ ਸੀ ਗੁਰੂ ਨਾਨਕ ਸਟੱਡੀਜ਼ ਡਿਪਾਰਟਮੈਂਟ 'ਚ ਇੱਕੋ ਹੀ ਨਾਮ ਗੁੰਜਦਾ ਸੀ, ਮਨਪ੍ਰੀਤ ਸਰ ਕਿੱਥੇ ਨੇ? ਤੇ ਮੇਰੀ ਗਾਈਡ ਕਹਿੰਦੀ ਇਸ ਡਿਪਾਰਟਮੈਂਟ 'ਚ ਹੋਰ ਕੋਈ ਟੀਚਰ ਨਹੀਂ ਹੁੰਦਾ। ਕਾਰਨ ਕੀ ਸੀ? ਗੁਰੂ ਦੀ ਬਰਕਤ। ਸਾਰੀ ਯੂਨੀਵਰਸਿਟੀ ਦੀ ਨਜ਼ਰ ਗੁਰੂ ਨਾਨਕ ਸਟੱਡੀਜ਼ ਵੱਲ ਹੋ ਗਈ ਸੀ। ਕਿਉਂ? ਜੇ ਸਾਨੂੰ ਕਿੱਥੋਂ ਕੁਝ ਮਿਲ ਰਿਹਾ ਨਾ, ਉਹ ਗੁਰੂ ਨਾਨਕ ਸਟੱਡੀਜ਼ ਵਿੱਚੋਂ ਮਿਲ ਰਿਹਾ। ਸਾਰੇ ਦਿਨ ਦੀ ਭਕਾਈ ਤੋਂ ਬਾਅਦ ਕਿੱਥੇ ਟਿਕਾ ਸਾਡੇ 3 ਤੋਂ 4 ਦੀ ਕਲਾਸ ਜਿਹੜੀ ਲੱਗਦੀ ਹੈ, ਉੱਥੇ ਅਸੀਂ ਟਿਕਦੇ ਹਾਂ। ਜੀਵਨ ਦਾ ਸਿਧਾਂਤ ਸਾਨੂੰ ਗੁਰੂ ਨਾਨਕ ਸਮਝਾਉਂਦੇ ਨੇ ਕਿ ਫਾਰਮਾਸਿਊਟੀਕਲ ਸਾਇੰਸ, MBA ਡਿਪਾਰਟਮੈਂਟ, MBA ਆਪਣਾ ਇੰਜੀਨੀਅਰਿੰਗ ਡਿਪਾਰਟਮੈਂਟ, ਕੰਪਿਊਟਰ ਸਾਇੰਸ ਡਿਪਾਰਟਮੈਂਟ, ਇੱਥੋਂ ਤੱਕ ਮੈਥਮੈਟਿਕਸ ਦੇ ਸਟੂਡੈਂਟਸ, ਔਰ ਉੱਥੇ ਬਾਇਓ ਕੈਮਿਸਟਰੀ ਦੇ ਸਟੂਡੈਂਟ, ਜਿਓਲੋਜੀ ਦੇ ਡਿਪਾਰਟਮੈਂਟਸ ਦੇ ਸਾਰੇ ਬੱਚੇ ਆਏ। 370 ਦਾ ਰਿਕਾਰਡ ਹੈ। ਇਸ ਕਰਕੇ ਮੈਨੂੰ ਯੂਨੀਵਰਸਿਟੀ 'ਚ ਟਿਕਣ ਨਹੀਂ ਦਿੱਤਾ ਗਿਆ। ਇਸ ਕਰਕੇ ਨਹੀਂ ਟਿਕਣ ਦਿੱਤਾ ਗਿਆ। ਪਰ ਫਿਰ ਵੀ ਜਗ੍ਹਾ ਬਣਾਈ, ਨਹੀਂ ਮਿਲਿਆ। ਫਿਰ ਜਿਸ ਦਿਨ ਯੂਨੀਵਰਸਿਟੀ ਛੱਡੀ, ਆਪਣੀ ਮੌਜ ਵਿੱਚ ਛੱਡੀ, ਉਹਨਾਂ ਦੇ ਹਿਲਾਇਤ ਨਹੀਂ ਮਿਲਿਆ। ਮੈਂ ਇਹਨੂੰ ਕਿਹਾ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੂੰਹ ਛੱਡਦਾ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਜਿਸ ਦਿਨ ਅਸੀਂ ਜੜ੍ਹਾਂ ਤੋਂ ਟੁੱਟ ਗਏ, ਫਿਰ ਉਸ ਦਿਨ ਸਾਡਾ ਕੱਖ ਨਹੀਂ ਹੈ ਸੱਚੀ। ਬਸ ਇਹ ਇਸ਼ਾਰਾ ਹੈ ਮੇਰਾ। ਮਹਾਰਾਜਾ ਦਲੀਪ ਸਿੰਘ ਦੀ ਅੱਜ ਯਾਦ ਹੈ। ਅਸੀਂ ਵਾਪਸੀ ਕਰੀਏ ਗੁਰੂ ਪਿਆਰਿਓ, ਵਾਪਸੀ ਕਰੀਏ। ਗੁਰੂ ਕੀ ਬਾਣੀ ਬਾਣਾ ਸਾਡਾ ਅਸਲ ਸ਼ਿੰਗਾਰ ਹੈ, ਸਾਡੀ ਅਸਲ ਦੌਲਤ ਹੈ, ਸਾਡਾ ਧਨ ਹੈ, ਸਾਡਾ ਸਰਮਾਇਆ ਹੈ। ਬਦਸੂਰਤੀ ਸਾਡਾ ਸਰਮਾਇਆ ਹੋ ਨਹੀਂ ਸਕਦੀ। ਖੂਬਸੂਰਤੀ ਗੁਰੂ ਦੇ ਹੁਕਮ ਵਿੱਚ ਹੈ। ਸਤਿਗੁਰ ਬਖਸ਼ਿਸ਼ ਕਰਨ, ਕਿਉਂਕਿ ਸਮਾਂ ਪਤਾ ਹੈ ਬੜੇ ਮਨ ਵਿੱਚ ਵਲਵਲੇ ਸਨ। ਕਿਉਂ? ਕਿਉਂਕਿ ਇਹ ਜਿਹੜੀ ਥਾਂ ਹੈ ਨਾ, ਇਹ ਮੇਰੀ ਆਪਣੀ ਜਾਪਦੀ ਹੈ। ਕਾਰਨ ਕੀ ਹੈ? ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਆਪਣੇ ਨੇ, ਇਹੀ ਕਾਰਨ ਹੈ ਬਸ। ਇਸ ਕਰਕੇ ਮੈਂ ਗੱਲਾਂ ਕੀਤੀਆਂ, ਭਾਵੇਂ ਮੈਨੂੰ ਨਾ ਮੌਕਾ ਦੇਣ ਦੁਬਾਰਾ, ਪਰ ਮੈਨੂੰ ਪਤਾ ਹੈ ਮੇਰਾ ਪ੍ਰੇਮ ਹੈ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਦਾ। ਭਾਈ ਸੋਹਣ ਸਿੰਘ, ਪਰਮਜੀਤ ਸਿੰਘ ਪੰਮਾ, ਇਹਨਾਂ ਆਪਣੇ ਭਰਾ ਨੇ, ਇਹ ਵੱਡੇ ਨੇ, ਇਹ ਦਿਲਾਂ ਦੀ ਗੱਲ ਸਮਝਦੇ ਨੇ, ਇਹ ਗੁਰਮਤਿ ਤੱਤ ਦੀ ਗੱਲ ਸਮਝਦੇ। ਤਾਂ ਮੈਂ ਆਪ ਸੰਗਤਾਂ ਸਿਰਫ ਇਹਨਾਂ ਦੀ ਖੁੱਲ ਕਰਕੇ, ਇਹਨਾਂ ਦੇ ਥਾਪੜੇ ਕਰਕੇ ਇਹ ਬੈਠੇ ਨੇ। ਤਾਂ ਸਤਿਗੁਰ ਬਖਸ਼ਿਸ਼ ਕਰਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਹੈ। ਆਪ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦੀ ਹਾਂ। ਪ੍ਰਬੰਧਕ ਜਨਾਂ ਦਾ, ਪ੍ਰਧਾਨ ਸਾਹਿਬ ਹੋਰਾਂ ਦਾ, ਮੇਰੇ ਅਜ਼ੀਜ਼ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਹੇਸ ਤੋਂ, ਜਿਹੜੇ ਪਿਛਲੇ 4 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਨੇ। ਇੱਥੋਂ ਹੀ ਪਹਿਲੀ ਵਾਰ ਇੱਥੇ ਦਰਸ਼ਨ ਕੀਤੇ, ਪ੍ਰੇਮ ਦਿੱਤਾ। ਰੰਧਾਵਾ ਵੀਰ ਜੀ ਦੇ ਦਰਸ਼ਨ ਹੋਏ, ਹੁਣੇ ਗੱਡੀ ਇਹਨਾਂ ਨੂੰ ਲਿਫਟ ਦਿੱਤੀ, ਇਹਨਾਂ ਦਾ ਧੰਨਵਾਦ ਸਮੂਚੇ ਤੌਰ ਤੇ ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ, ਪਰਮਜੀਤ ਸਿੰਘ ਜੀ, ਸੋਹਣ ਸਿੰਘ ਜੀ, ਸਭ ਦਾ ਧੰਨਵਾਦ ਹੈ ਜੀ। ਭਾਈ ਜਰਨੈਲ ਸਿੰਘ ਹੋਰਾਂ ਦਾ ਸਭ ਦਾ ਧੰਨਵਾਦ। ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।